देश दुनिया च बसते पंजाबियों को खुश आमदीद। मैं हरजिंदर सिंह रंधावा, तुम देख रहे हो पंजाब टैलीविजन और मेरे नाल ने सरदार नरिंदरपाल सिंह। सरदार साहब, अज मन उदास भी होया ते खुश भी होया। जथेदार श्री अकाल तख्त साहब साडे फिकरां दे विच शामिल हो। बिल्कुल उन्हां दा फिक्रमंद होना बिल्कुल सही है, लेकिन जिहड़ा फिक्र जिहड़ा दर्द कौम इन्ने समय तो लई फिरदी आ उहनूं निवारण लई कौन अगे आवे। वो कहंदे आ कि साडी गिणती हो सकदा कुछ सालां तक 50% तो भी घट जाए। बिल्कुल ते असीं एक एक बच्चा पैदा कर रहे हैं, वो भी विदेश तुर जांदा। बिल्कुल हुण इस हौवे दे सामने कि साडे अपने वड्डे अस्थान ते साडीआं विरासतां आखिर संभू कौन, जिहड़ियां एडियां वड्डियां खड़ी करी जाण। जी मैनूं जथेदार साहब दे फिक्र नाल सरोकार रिहा जी ते दर्द भी होया। बिल्कुल इत्ते अगे गल करांगे कि जदों आज़ादी तो बाद हुण तक साडी लीडरशिप पड़ा दर पड़ा गलतियां करदी आई, जी उदों साडीआं महान धार्मिक संस्थावां दे सरबरा जी चुप रहे बिल्कुल ते फैसले कौमी भावनावां दे उल्ट हुंदे रहे। जी अज फिक्र नाल कल्ला सरजू। इहदे नाल एक अगली गल, जथेदार गुरचरण सिंह टौड़ा दे परिवार वल्लों दिखाई जा रही बेचैनी बिल्कुल पंथक सफां दे विच सवाल खड़े करदी है। जी जी ਇਹਦੇ ਤੇ ਜ਼ਿਕਰ ਕਰਾਂਗੇ ਕਿ ਉਹ ਕਿਸ ਦਿਸ਼ਾ ਦੀ ਸੂਚਕ ਹੈ ਸਿਆਸਤ ਵਿੱਚ। ਤੀਜਾ ਪਹਿਲੂ, ਨਵਜੋਤ ਸਿੰਘ ਸਿੱਧੂ ਦੀ ਕੱਲ ਤੋਂ ਕਿਆਸੀ ਜਾ ਰਹੀ ਤੇ ਉਡੀਕੀ ਜਾ ਰਹੀ ਪ੍ਰੈਸ ਕਾਨਫਰੰਸ, ਜਿਹਦੇ ਵਿੱਚ ਜਰਨਲਿਸਟ ਪੱਬਾਂ ਭਾਰ ਹੋਏ ਫਿਰਦੇ ਸੀ ਕਿ ਐਲਾਨ ਅਹਿਮ ਹੋਣਗੇ। हाँ ਲੇਕਿਨ ਇਹ ਸਵਾਲ ਛੱਡ ਦਿੰਦੇ ਆ। ਤੇ ਤੀਜੀ ਗੱਲ, ਚੌਥੀ ਗੱਲ ਹੋਊਗੀ, ਮੈਨੂੰ ਇੰਜ ਲੱਗਦਾ ਹੈ ਕਿ ਸਾਡੇ ਸਮਿਆਂ ਦੇ ਵਿੱਚ ਜੋ ਵਾਪਰ ਰਿਹਾ, ਜੋ ਵੀ ਵਾਪਰ ਰਿਹਾ, ਇਹਨੂੰ ਥੋੜਾ ਦੀਰਘ ਦ੍ਰਿਸ਼ਟੀ ਨਾਲ ਦੇਖਣਾ ਪਊਗਾ ਕਿ ਅਕਾਲੀ ਦਲ ਆਪਣੇ ਪ੍ਰਧਾਨ ਨੂੰ ਸਾਰੇ ਅਖਤਿਆਰ ਤੇ ਦੇ ਦਿੰਦਾ ਦਿੱਲੀ ਕਮੇਟੀ ਦੇ ਵਿੱਚ ਫੈਸਲੇ ਲੈਣ ਦਾ ਚੋਣਾਂ ਨੂੰ ਲੈ ਕੇ। बिल्कुल ਪਰ ਅਕਾਲੀ ਲੀਡਰਸ਼ਿਪ ਨਦਾਰਦ ਕਿਉਂ ਆ ਦ੍ਰਿਸ਼ ਵਿੱਚੋਂ? हाँ अजे तक उत्थे कोई जिहड़ा चहल पहल कदमी जिहड़ी नहीं शुरू हुई। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇੱਕ ਸੰਪਰਦਾਵਾਂ ਨਾਲ ਮੀਟਿੰਗ ਕੀਤੀ ਗਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਤਾਬਦੀ ਮਨਾਉਣ ਨੂੰ ਲੈ ਕੇ। ਮੀਟਿੰਗ ਉਸ ਸਮੇਂ ਰੱਖੀ ਗਈ ਜਦੋਂ ਇੱਕ ਅਹਿਮ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਚੰਡੀਗੜ੍ਹ 'ਚ ਸੀ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਉਸ ਕੋਰ ਕਮੇਟੀ 'ਚ ਸੀ, ਕਿਉਂਕਿ ਉੱਥੇ ਵੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਤਾਬਦੀ ਨਾਲ ਸੰਬੰਧਿਤ ਪ੍ਰੋਗਰਾਮ ਉਲੀਕੇ ਜਾਣੇ ਸੀ ਔਰ ਉਹ ਜ਼ਿਆਦਾ ਅਹਿਮ ਮੀਟਿੰਗ ਸੀ। ਹੁਣ ਇੱਥੇ ਸਿੰਘ ਸਾਹਿਬ ਸੀਗੇ, ਉੱਥੇ ਬੀਬੀ ਜਗੀਰ ਕੌਰ ਸੀ। ਬਿਲਕੁਲ ਹੁਣ ਸਵਾਲ ਸੀ ਕਿ ਸਿੰਘ ਸਾਹਿਬ ਜਦੋਂ ਮੰਚ ਤੇ ਆਉਂਦੇ ਤੇ ਉਹ ਪਹਿਲੇ ਫਿਕਰਿਆਂ ਨਾਲ ਹੀ ਆਪਣੀ ਮਨਸ਼ਾ ਬੜੀ ਸਪਸ਼ਟ ਕਰ ਦਿੰਦੇ ਆ। ਉਹਨਾਂ ਦੇ ਮੱਥੇ ਦੀਆਂ ਰਖਾਵਾਂ ਤੋਂ ਸਾਫ਼ ਜ਼ਾਹਰ ਹੋ ਰਿਹਾ ਸੀ ਕਿ ਉਹਨਾਂ ਦੇ ਅੰਦਰ ਇੱਕ ਭਾਰੀ ਹਲਚਲ ਹੈ ਤੇ ਉਹ ਮੁਗਲ ਕਾਲ ਦੌਰਾਨ ਵਾਪਰੇ ਘਟਨਾਕ੍ਰਮ ਜਿਹਦੇ ਵਿੱਚ ਹਿੰਦੂ ਧਰਮ ਨੂੰ ਬਚਾਉਣ ਲਈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਆਪਣਾ ਬਲੀਦਾਨ ਦਿੰਦੇ ਆ, ਉਹਨੂੰ ਯਾਦ ਕਰਦਿਆਂ ਅਕਿਰਤ ਘਣਤਾਵਾਂ ਦੀ ਵਿਆਖਿਆ ਵੀ ਕਰਦੇ। ਬਿਲਕੁਲ। ਤੇ ਫਿਰ ਉਹ ਮਿਹਣਾ ਮਾਰਦੇ ਆ ਕਿ ਜਦੋਂ ਜਦੋਂ ਸੰਸਥਾਵਾਂ ਤੇ ਵਾਰ ਹੋਏ ਇੱਕ ਇੱਕ ਕਰਕੇ ਅਸੀਂ ਚੁੱਪ ਰਹੇ, ਖਾਮੋਸ਼ ਰਹੇ, ਇੱਕ ਇੱਕ ਕਰਕੇ ਟਾਰਗੇਟ ਹੁੰਦੀਆਂ ਰਹੀਆਂ ਸੰਸਥਾਵਾਂ, ਲੇਕਿਨ ਦੂਜੇ ਚੁੱਪ ਰਹੇ। ਜਿਹਦੇ ਤੇ ਹਮਲਾ ਹੋਇਆ ਦੂਜੇ ਉਹਨੂੰ ਦੂਰ ਖਲੋ ਕੇ ਵਹਿੰਦੇ ਰਹੇ ਤੇ ਅਖੀਰ ਦੇ ਵਿੱਚ ਹਮਲਾ ਸਿੱਖਾਂ ਦੀਆਂ ਵੱਡੀਆਂ ਸੰਸਥਾਵਾਂ ਤੇ ਹੋਇਆ, ਜਿਨ੍ਹਾਂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੀ ਦਰਬਾਰ ਸਾਹਿਬ ਸੀ। ਇਹ ਸੱਚ ਆ ਕਿ ਸਿੰਘ ਸਾਹਿਬ ਇਹ ਸਮਝਦੇ ਆ ਕਿ ਸਿੱਖ ਕੌਮ ਘੱਟ ਗਿਣਤੀ ਹੋਈ ਜਾ ਰਹੀ ਪੰਜਾਬ ਦੇ ਵਿੱਚ। ਉਹ ਬਿਲਕੁਲ ਸਾਫ਼ ਲਫ਼ਜ਼ਾਂ ਦੇ ਵਿੱਚ ਜ਼ਿਕਰ ਕਰਦੇ ਆ ਕਿ ਅਸੀਂ ਬੱਚੇ ਪੈਦਾ ਕਰਨੇ ਛੱਡ ਤੇ ਬੱਚੇ ਪੈਦਾ ਘੱਟ ਕਰ ਰਹੇ ਆ, ਜਿਹਦੇ ਕਾਰਨ ਵੀ ਇੱਕ ਇੱਕ ਸਾਡਾ ਬੱਚਾ ਆ ਤੇ ਉਹ ਵੀ ਵਿਦੇਸ਼ਾਂ ਨੂੰ ਜਾ ਰਿਹਾ। ਪਹਿਲਾਂ ਇੱਕ ਬੱਚਾ ਟਕਸਾਲ 'ਚ ਪੜ੍ਹਾਈ ਕਰਨ ਚਲ ਜਾਂਦਾ ਹੈ, ਇੱਕ ਫੌਜ 'ਚ, ਇੱਕ ਖੇਤੀ 'ਚ ਤੇ ਕੋਈ ਨਿਹੰਗ ਸਿੰਘਾਂ 'ਚ। ਬਿਲਕੁਲ। ਹੁਣ ਇਹ ਫਿਕਰ ਸੱਚਮੁੱਚ ਜਾਇਜ਼ ਆ। ਜਦੋਂ ਮੈਂ ਪਿਛਾਂਹ ਝਾਤੀ ਮਾਰਦਾ ਹਾਂ ਤੇ ਮੇਰੇ ਜਿਹੜੇ ਬਾਪ ਸਾਰੇ ਭਰਾ ਸੀਗੇ, ਭੈਣ ਭਰਾ, ਉਹ 6 ਲੋਕ ਸੀ। ਅਸੀਂ ਅੱਗੇ 2 ਆ, ਅੱਗੇ ਸਾਡੇ ਇੱਕ ਇੱਕ ਹੈ। ਇਹ ਫਿਕਰ ਸੱਚਮੁੱਚ ਧਰਾਤਲ ਦੇ। ਬਿਲਕੁਲ। ਲੇਕਿਨ ਸਰਦਾਰ ਸਾਹਿਬ ਉਸ ਤੋਂ ਵੀ ਵੱਡਾ ਸਵਾਲ ਆ ਜਦੋਂ ਉਹ ਕਹਿੰਦੇ ਕਿ ਨਕਸਲਾਈਟ ਮੂਵਮੈਂਟ ਨੇ ਸਾਡੇ ਸਿੱਖਿਆ ਸੰਸਥਾਵਾਂ 'ਚ ਘਰ ਕਰ ਲਿਆ, ਲਿਟਰੇਚਰ 'ਚ ਘਰ ਕਰ ਲਿਆ, ਸਾਡੇ ਤੇ ਵੱਡਾ ਹਮਲਾ ਹੋਇਆ, ਅਸੀਂ ਵਹਿੰਦੇ ਰਹੇ। ਹਮਲਾ ਤੇ ਅੱਜ ਵੀ ਹੋ ਰਿਹਾ। ਬਿਲਕੁਲ। ਅੱਜ ਸਵਾਏ ਮਾਈਕ ਤੋਂ ਅਸੀਂ ਕੀ ਕਰ ਰਹੇ ਹਾਂ ਸਾਡੇ ਸਮੇਤ?
ਸਰਦਾਰ ਜੀ ਔੜ ਪੌੜ ਉਹਨੂੰ ਕਹਿੰਦੇ ਆ ਜਿਹੜਾ ਸਮਾਂ ਰਹਿੰਦਿਆਂ ਕਿਸੇ ਬਦਲਵੀਂ ਵਿਵਸਥਾ ਨੂੰ ਅੰਜਾਮ ਦੇਵੇ, ਜੀ ਬਦਲਵੀਂ ਅਵਸਥਾ ਨੂੰ ਪ੍ਰਬੰਧ ਚ ਲਿਆਵੇ। ਇਹ ਵਿਵਸਥਾ ਤੋਂ ਬਿਨਾਂ ਅਸੀਂ ਭਾਸ਼ਣ ਨਾਲ ਕਿੱਦਾਂ ਸਾਰ ਲਾਂਗੇ? ਮੈਨੂੰ ਇਹ ਸਮਝਾਓ ਕਿ ਜਦੋਂ ਵੀ ਅਸੀਂ ਰਹੇ ਹਾਂ ਸੰਘਰਸ਼ ਵਿੱਚ ਰਹੇ ਹਾਂ, ਦੇਸ਼ ਦਾ ਆਜ਼ਾਦੀ ਦਾ ਪੀਰੀਅਡ ਆਉਂਦਾ ਹੈ ਤੇ ਉਸ ਪੀਰੀਅਡ ਤੋਂ ਬਾਅਦ ਲਗਾਤਾਰ ਅਸੀਂ ਪਹਿਲਾਂ ਕਾਂਗਰਸ ਨਾਲ ਪੰਗੇ ਚ ਆਉਂਦੇ ਹਾਂ, ਅੱਗੇ ਆ ਕੇ ਅਸੀਂ ਹਰ ਜਗ੍ਹਾ ਕੁਰਬਾਨੀ ਵੀ ਕਰਦੇ ਹਾਂ, ਜੰਗਾਂ 'ਚ ਵੀ ਜਾਂਦੇ ਹਾਂ, ਦੇਸ਼ ਲਈ ਮਰਦੇ ਖਪਦੇ ਵੀ ਆ, ਲੇਕਿਨ ਫਿਰ ਵੀ ਟਕਰਾਅ 'ਚ ਰਹਿੰਦੇ ਆ ਤੇ ਟਕਰਾਅ ਦੌਰਾਨ ਅਸੀਂ ਪ੍ਰਾਪਤੀ ਵੀ ਕੋਈ ਨਹੀਂ ਕਰਦੇ। ਸਾਡੀ ਲੀਡਰਸ਼ਿਪ ਲਗਾਤਾਰ ਸਾਨੂੰ ਝੋਕ ਕੇ ਰੱਖਦੀ ਹੈ, ਲੇਕਿਨ ਆਊਟਪੁੱਟ ਸਿਫਰ ਤੇ ਹੈ। ਜੇਕਰ ਸਾਡੀ ਸਿਆਸੀ ਲੀਡਰਸ਼ਿਪ ਨਿਕੰਮੀ ਨਾਇਲ ਸੀ, ਸਾਡੇ ਧਾਰਮਿਕ ਆਗੂ ਕਿੱਥੇ ਚਲੇ ਗਏ ਸੀ, ਸਾਡੇ ਤਖਤਾਂ ਦੇ ਸਿੰਘ ਸਹਿਬਾਨ ਕਿੱਥੇ ਚਲੇ ਗਏ ਸੀਗੇ? ਮੈਨੂੰ ਅੱਜ ਤੱਕ ਇਹ ਸਮਝ ਨਹੀਂ ਆਈ ਉਂਗਲ ਕਿਹਦੇ ਵੱਲ ਕਰ ਰਹੇ ਆ। ਉਂਗਲ ਸਾਡੇ ਵੱਲ ਹੋਣੀ ਚਾਹੀਦੀ ਸੀ, ਜ਼ਿੰਮੇਵਾਰ ਅਸੀਂ ਸੀ, ਗਲਤੀਆਂ ਅਸੀਂ ਕੀਤੀਆਂ, ਦੂਜੇ ਚਾਹੁੰਦੇ ਸੀ ਅਸੀਂ ਗਲਤੀਆਂ ਕਰੀਏ, ਦੂਜੇ ਸਾਡੇ ਤੇ ਹਮਲਾ ਕਰਨਗੇ, ਲਗਾਤਾਰ ਕਰਨਗੇ। ਤੁਸੀਂ ਜਿਸ ਦੁਨੀਆ 'ਚ ਰਹਿ ਰਹੇ ਹੋ, ਕਿਵੇਂ ਸੋਚ ਸਕਦੇ ਹੋ ਦੂਜੇ ਸਾਡੇ ਤੇ ਹਮਲਾ ਨਹੀਂ ਕਰਨਗੇ? ਲੇਕਿਨ ਹਮਲੇ ਨੂੰ ਝੇਲਣਾ ਅਸੀਂ ਆ, ਪ੍ਰਬੰਧ ਅਸੀਂ ਘਰ ਦੇ ਆਪਣੇ ਕਰਨੇ, ਘਰ ਅਸੀਂ ਆਪਣਾ ਸਾਂਭਣਾ। ਉਹ ਕਿੰਨੇ ਸਾਂਭਣਾ? ਸਿਰਫ ਭਾਸ਼ਣ ਨਾਲ ਗੱਲ ਨਹੀਂ ਬਣਨੀ। ਅਸੀਂ ਪ੍ਰਚਾਰ 'ਚ ਪਛੜੇ, ਅਸੀਂ ਐਜੂਕੇਸ਼ਨ 'ਚ ਪਛੜੇ, ਅਸੀਂ ਸਮੇਂ ਦੇ ਹਾਣ ਦੇ ਵਿਸ਼ਵ ਪੱਧਰ ਤੇ ਨਹੀਂ ਹੋ ਸਕੇ। ਅਸੀਂ ਸਾਰੀ ਜਗ੍ਹਾ ਤੇ ਬਿਜ਼ਨਸ ਖੜੇ ਕਰ ਲਿਆ, ਵਿਦੇਸ਼ਾਂ ਦੇ ਵਿੱਚ ਸਾਡੀਆਂ ਸਰਦਾਰੀਆਂ ਨੇ, ਪਰ ਸਾਡਾ ਕਲਚਰ, ਸਾਡੀ ਸੱਭਿਅਤਾ, ਸਾਡੇ ਧਾਰਮਿਕ ਸਰੋਕਾਰ ਹਰ ਜਗ੍ਹਾ ਦੇ ਉੱਤੇ ਸਾਨੂੰ ਮੂੰਹ ਦੀ ਖਾਣੀ ਪਈ ਆ। ਕਿਉਂਕਿ ਇੱਕ ਦੋ ਪੀੜ੍ਹੀਆਂ ਬਾਅਦ ਜਦੋਂ ਅਸੀਂ ਆਪਣੇ ਘਰ ਤੋਂ ਬਾਹਰ ਕਿਤੇ ਪ੍ਰਾਪਤੀਆਂ ਕਰਦੇ ਹਾਂ, ਉਹ ਪੀੜ੍ਹੀ ਮਰਜ ਹੋ ਜਾਂਦੀ ਉਸ ਕਲਚਰ 'ਚ, ਕਿਉਂਕਿ ਉਹ ਸਾਡੇ ਨਾਲੋਂ ਕਿਤੇ ਨਾ ਕਿਤੇ ਜ਼ਿਆਦਾ ਖਿੱਚ ਪਾਊਗਾ। ਪਹਿਲੀ ਗੱਲ ਤੇ ਹੈ ਕਿ ਸਾਡੇ ਦੇ ਉੱਤੇ ਦੋ ਤਾਕਤਾਂ ਜਿਹੜੀਆਂ ਨੇ ਉਹ ਰਾਜ ਕਰ ਰਹੀਆਂ ਨੇ, ਜੀ। ਭਾਰੂ ਨੇ। ਇੱਕ ਧਾਰਮਿਕ, ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ, ਉਹਨਾਂ ਦੇ ਮੁਖੀ। ਨੰਬਰ 2 ਤੇ ਜਿਹੜੀ ਸਾਡੀ ਸਿੱਖ ਸਿਆਸਤ, ਜਿਹੜੀ ਸਿਆਸਤ ਨੇ ਸਾਨੂੰ ਚੰਗੇ ਭਵਿੱਖ ਵੱਲ ਲੈ ਕੇ ਜਾਣਾ ਸੀ, ਜਿਸ ਸਿਆਸਤ ਨੇ ਇਹ ਕਹਿਣਾ ਸੀ ਕਿ ਅਸੀਂ ਜਦੋਂ ਆਏ ਤੇ ਅਸੀਂ ਤੁਹਾਡਾ ਆਰਥਿਕਤਾ ਜਿਹੜੀ ਆ ਉਹਨੂੰ ਉੱਚਾ ਚੁੱਕਾਂਗੇ, ਉਹ ਖਤਮ ਹੋ ਗਈ। ਸਾਡੀ ਸਿਹਤ, ਸਾਡੀ ਸਿੱਖਿਆ ਧਾਰਮਿਕ ਲੋਕਾਂ ਕੋਲ ਨਹੀਂ ਸੀ। ਧਾਰਮਿਕ ਲੋਕਾਂ ਨੇ ਜਿਹੜਾ ਸਾਨੂੰ ਗਿਆਨ ਦੇਣਾ ਸੀ ਉਹ ਬਹੁਤ ਸੀਮਤ ਗਿਆਨ ਸੀ। ਉਹ ਜਿਹਨੂੰ ਕਹਿ ਲਓ ਕਿ ਕੰਪੈਰੀਟਿਵ ਸਟੱਡੀ ਨਹੀਂ ਸੀ। ਹੁਣ ਸਵਾਲ ਇਹ ਆ ਕਿ ਜਦੋਂ ਦੋਨੇ ਸੰਸਥਾਵਾਂ ਨਹੀਂ ਬਲਕਿ ਸੰਸਥਾਵਾਂ ਦੇ ਉੱਤੇ ਬੈਠਣ ਵਾਲੇ ਲੋਕ ਜਿਹੜੇ ਨੇ, ਜਦੋਂ ਸਿਆਸਤਦਾਨ ਬਾਰ-ਬਾਰ ਤੁਹਾਨੂੰ ਅੱਗ 'ਚ ਝੋਕ ਕੇ ਆਪ ਕੁਰਸੀ ਲੱਭਦੇ ਰਹੇ, ਫਿਰ ਉਹ ਮੌਕਾ ਮਿਲਿਆ, ਉਹਨਾਂ ਨੇ ਫਿਰ ਉਹੀ ਹਥਿਆਰ ਅਪਣਾ ਲਿਆ, ਫਿਰ ਮੌਕਾ, ਹਰ ਵਾਰ ਉਹਨਾਂ ਨੇ ਉਹੀ ਖੇਡ ਖੇਡੀ। ਔਰ ਸਭ ਤੋਂ ਵੱਡੀ ਤਰਾਸਦੀ ਰਹੀ ਕਿ ਜਦੋਂ ਅੱਜ ਜਥੇਦਾਰ ਸਾਹਿਬ ਇਹ ਸਾਰਾ ਸੰਦੇਸ਼ ਦੇ ਰਹੇ ਨੇ ਤੇ ਮੇਰੇ ਸਾਹਮਣੇ ਬਾਰ-ਬਾਰ ਇੱਕ ਗੱਲ ਆ ਰਹੀ ਕਿ ਜਥੇਦਾਰ ਸਾਹਿਬ ਇਸ ਤੋਂ ਪਹਿਲਾਂ ਵੀ ਐਸੇ ਸ਼ਬਦ ਵਰਤ ਚੁੱਕੇ ਨੇ ਕਿ ਜਿਹੜੇ ਦੇਸ਼ ਦੀ ਸੱਤਾ ਤੇ ਲੋਕ ਬੈਠੇ ਨੇ ਉਹ ਧਰੂਵੀਕਰਨ ਕਰ ਰਹੇ ਨੇ। ਅੱਜ ਫਿਰ ਕੱਲ ਜਿਹੜਾ ਉਹਨਾਂ ਨੇ ਗੱਲ ਕਹੀ ਆ ਕਿ ਇਸ ਵੇਲੇ ਜੋ ਕੁਝ ਵੀ ਹੋ ਰਿਹਾ ਉਹਨੂੰ ਸਰਕਾਰਾਂ ਦੀ ਸਰਪ੍ਰਸਤੀ ਹਾਸਲ ਹੈ, ਜੋ ਘੱਟ ਗਿਣਤੀਆਂ ਤੇ ਹਮਲੇ ਹੋ ਰਹੇ। ਮਾਫ ਕਰਨਾ, ਜਦੋਂ ਜਥੇਦਾਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਣੇ ਪ੍ਰਬੰਧ ਵਿੱਚ ਬੈਠ ਕੇ ਸਾਰੀਆਂ ਸੰਸਥਾਵਾਂ ਨੂੰ ਸਮਝਾ ਰਹੇ ਨੇ, ਉਸ ਵੇਲੇ ਉਹ ਇਹ ਕਿਉਂ ਭੁੱਲ ਜਾਂਦੇ ਨੇ ਕਿ ਜਿਹੜਾ ਅਕਾਲੀ ਦਲ ਸ਼੍ਰੋਮਣੀ ਕਮੇਟੀ ਦਾ ਪੁੱਤਰ ਮੰਨਿਆ ਸੀ ਉਹਨਾਂ ਨੇ, ਉਹ ਅਕਾਲੀ ਦਲ ਅਜੇ ਖਾਮੋਸ਼ ਕਿਉਂ ਆ? ਕੁਦਰਤੀ। ਦੇਖੋ, ਤੁਸੀਂ ਸੰਸਥਾ ਨੂੰ ਮਹਾਨ ਬਣਾਤਾ ਕਿ ਇਹ ਤੁਹਾਡੀ ਮਾਂ ਆ ਤੇ ਤੁਸੀਂ ਇਹਦੇ ਪੁੱਤਰ ਹੋ, ਲੇਕਿਨ ਸਵਾਲ ਇਹ ਆ ਕਿ ਜਿਹੜੇ ਉਹਦੇ ਪੁੱਤਰ ਨੇ ਉਹ ਤੇ ਖਾਮੋਸ਼ ਬੈਠੇ ਨੇ, ਉਹਨਾਂ ਦੀ ਸਿਹਤ ਤੇ ਕੋਈ ਫਰਕ ਤੁਹਾਨੂੰ ਨਜ਼ਰ ਨਹੀਂ ਆ ਰਿਹਾ। ਜੇ ਉਹ ਸੰਜੀਦਾ ਹੁੰਦੇ ਤੇ ਫਿਰ ਕੱਲ ਕੋਰ ਕਮੇਟੀ ਦੀ ਮੀਟਿੰਗ ਨਾ ਹੁੰਦੀ, ਅਕਾਲੀ ਦਲ ਦਾ ਪ੍ਰਧਾਨ ਇਸ ਸੰਪਰਦਾਵਾਂ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਇਆ ਹੁੰਦਾ ਕਿ ਸਭ ਤੋਂ ਪਹਿਲਾਂ ਮੈਨੂੰ ਸੇਵਾ ਹੁਕਮ ਲਾਇਆ ਜਾ ਕੇ ਅਸੀਂ ਕੀ ਕਰੀਏ ਤੁਹਾਡੇ ਨਾਲ ਚੱਲ ਕੇ। ਬੜਾ ਵੱਡਾ ਸਵਾਲ ਤੇ ਬੜਾ ਵੈਲਿਡ ਸਵਾਲ ਉਠਾਇਆ ਸਿੰਘ ਸਾਹਿਬ। ਗਿਆਨੀ ਹਰਪ੍ਰੀਤ ਸਿੰਘ ਇੱਕ ਐਸੇ ਇਨਸਾਨ ਨੇ, ਜਦੋਂ ਬੋਲਦੇ ਨੇ ਉਦੋਂ ਸੀਨੇ ਚੋਂ ਬੋਲਦੇ ਆ, ਦਿਲੋਂ ਬੋਲਦੇ ਆ, ਢਿੱਡੋਂ ਬੋਲਦੇ ਆ। ਸਾਫ਼ ਨਜ਼ਰ ਆ ਰਿਹਾ ਹੁੰਦਾ ਹੈ ਕਿ ਉਹਨਾਂ ਦੇ ਫਿਕਰ ਲਫ਼ਜ਼ਾਂ ਦੇ ਨਹੀਂ, ਉਹ ਮਹਿਸੂਸ ਕਰ ਰਹੇ। ਦੂਜੀ ਗੱਲ ਇਹ ਆ ਕਿ ਕਿਤਾਬ ਕਲਚਰ ਨਾਲ ਜੁੜੇ ਹੋਣ ਦਾ ਇੱਕ ਖਾਸਾ ਇਹ ਹੁੰਦਾ ਹੈ ਕਿ ਸਾਨੂੰ ਜਿਹੜੀਆਂ ਤਵਰੀਖੀ
ਕਹਾਣੀਆਂ ਨੇ ਉਹਨਾਂ ਨਾਲ ਜੁੜਨ ਦਾ ਮੌਕਾ ਮਿਲ ਜਾਂਦਾ। ਅਫਸੋਸ ਸਾਡੇ ਬਹੁਤ ਸਾਰੇ ਐਸੇ ਧਾਰਮਿਕ ਆਗੂ ਪੜ੍ਹਨ ਦੀ ਰੁਚੀ ਤੋਂ ਬੇਮੁਖ ਰਹੇ। ਜੀ ਸਾਡੀ ਮੌਜੂਦਾ ਲੀਡਰਸ਼ਿਪ ਤੋਂ ਪਿਛਲੀ ਲੀਡਰਸ਼ਿਪ ਅਕਾਲੀਆਂ ਦੀ ਸਵਾਲ ਵੀ। ਇਹ ਆ, ਸਵਾਲ ਤੇ ਬੜਾ ਸਾਫ਼ ਹੈ ਕਿ ਜਦੋਂ ਤੁਸੀਂ ਗੱਲ ਕਰੋਗੇ, ਅੱਜ ਤੁਸੀਂ ਗੱਲ ਕੀਤੀ, ਹਵਾਲਾ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਜੀ ਕਿ ਹਾਲਾਤ ਕੈਸੇ ਸੀ ਤੇ ਅੱਜ ਹਾਲਾਤ ਕੈਸੇ ਨੇ। ਹੂੰ ਪਿਛਲੇ 4 ਦਹਾਕੇ ਪਹਿਲਾਂ ਤੁਸੀਂ ਕਿਸ ਸੰਤਾਪ ਤੋਂ ਨਿਕਲ ਕੇ ਆਏ ਹੋ ਬਾਹਰ? ਜੀ ਜੀ ਆਖਰ ਉਸ ਸੰਤਾਪ ਨੂੰ ਤੁਸੀਂ ਕੀ ਉਹ ਸਾਰਾ ਇਤਿਹਾਸ ਜੋ ਕੁਝ ਵਾਪਰਿਆ ਉਹਨੂੰ ਸੰਭਾਲ ਲਿਆ? ਹਰਗਿਜ਼ ਨਹੀਂ। ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਕਿਹਨੂੰ ਦੋਸ਼ ਦਿਓਗੇ? ਅੱਜ ਤੁਸੀਂ ਦੋਸ਼ ਦੇ ਰਹੇ ਹੋ ਕਿ ਤੁਹਾਡਾ ਸਿਧਾਂਤ, ਤੁਹਾਡਾ ਇਤਿਹਾਸ ਵਿਗਾੜ ਕੇ ਪੇਸ਼ ਕੀਤਾ ਜਾ ਰਿਹਾ। ਲੇਕਿਨ ਜੇ ਕੋਈ ਉਹ ਇਹੀ ਸਵਾਲ ਕਰੇ ਕਿ ਤੁਸੀਂ ਇਤਿਹਾਸ ਦੇ ਉਸ ਜਿਹੜਾ ਪੀਰੀਅਡ ਆ ਉਹਨੂੰ ਕਿਸ ਤਰ੍ਹਾਂ ਸੰਭਾਲਿਆ, ਕੋਈ ਦਸਤਾਵੇਜ਼, ਕੋਈ ਦੁਨੀਆ ਨੂੰ ਸੱਚ ਸਾਹਮਣੇ ਕਰਕੇ ਦਿਖਾਇਆ? ਨਹੀਂ ਸਰਦਾਰ ਸਾਹਿਬ, ਜਿਹੜੀ ਨਿਰਭਰਤਾ ਹੁੰਦੀ ਹੈ ਨਾ ਜੀ, ਨਿਰਭਰਤਾ ਸਾਨੂੰ ਲਾਚਾਰੀ ਵੱਲ ਧੱਕਦੀ। ਜੀ ਸਾਡੀ ਨਿਰਭਰਤਾ ਕਿਸੇ ਵੀ ਹਾਕਮ ਜਮਾਤ ਤੇ ਕਿਉਂ ਹੋਵੇ? ਹਾਂ, ਅਸੀਂ ਇਸ ਫਿਕਰ 'ਚ ਕਿਉਂ ਜਾਈਏ ਕਿ ਸਾਡੇ ਗੁਰੂ ਦੀ ਸ਼ਤਾਬਦੀ ਕੋਈ ਹੋਰ ਮਨਾਵੇ? ਬਿਲਕੁਲ ਸਵਾਲ ਤਾਂ ਇਹੋ ਹੀ ਆ। ਅਸੀਂ ਆਪਣੇ ਜਿਹੜੇ ਵਿਆਹ ਸ਼ਾਦੀਆਂ ਕਰਦੇ ਆ, ਹਾਂ, ਘਰਾਂ ਦੇ ਫੰਕਸ਼ਨ ਕਰਦੇ ਆ, ਬਿਲਕੁਲ ਲੈਵਿਸ਼ ਸਟਾਈਲ 'ਚ ਕਰਦੇ ਜੀ ਆ, ਲਗਜ਼ਰੀ ਅਸੀਂ ਜੀਵਨ ਜੀਂਦੇ। ਜੀ। ਕੀ ਸਾਡੇ ਗੁਰੂ ਦੀ ਸ਼ਤਾਬਦੀ ਲਈ ਸਾਨੂੰ ਕਿਸੇ ਵੱਲ ਦੇਖਣਾ ਪਊ? ਪਹਿਲੀ ਗੱਲ ਸਵਾਲ ਤੇ ਮੇਰਾ ਮੰਨਣਾ ਜੀ, ਜਦੋਂ ਅਸੀਂ ਉਮੀਦ ਤੇ ਖੜੇ ਹੁੰਨੇ ਆ, ਉਮੀਦ ਟੁੱਟਦੀ, ਨਿਰਾਸ਼ਾ ਹੁੰਦੀ। ਜੀ ਸਿੰਘ ਸਾਹਿਬ ਜਦੋਂ ਇਸ ਫਿਕਰ 'ਚ ਬੈਠੇ ਆ ਕਿ ਸਾਡੇ ਤੇ ਨਕਸਲਾਈਟ ਮੂਵਮੈਂਟ ਦਾ ਬੜਾ ਵਰਸਟ ਅਸਰ ਹੋਇਆ, ਮਾੜਾ ਅਸਰ ਹੈ, ਜੀ, ਉਸ ਵੇਲੇ ਸਿੰਘ ਸਾਹਿਬ ਇਹ ਭੁੱਲ ਜਾਂਦੇ ਆ, ਸ਼ਾਇਦ ਉਹਨਾਂ ਉਸ ਪਾਸੇ ਧਿਆਨ ਨਹੀਂ ਦਿੱਤਾ ਕਿ ਉਸ ਮੂਵਮੈਂਟ ਦੇ ਸਮਾਨਾਂਤਰ ਸਾਡੀ ਆਪਣੀ ਲੀਡਰਸ਼ਿਪ ਵੀ ਤਾਂ ਕਾਇਮ ਸੀ, ਸਾਡੀਆਂ ਸਰਕਾਰਾਂ ਸੀ। ਬਾਦਲ ਸਾਹਿਬ ਦੀ ਗਵਰਨਮੈਂਟ ਵੇਲੇ ਇਹ ਮੂਵਮੈਂਟ ਸਿਖਰ ਤੇ ਸੀ, ਕਈ ਕੁਝ ਹੋਇਆ। ਮੈਂ ਇਹ ਕਹਿਣਾ ਹੈ ਸਰਦਾਰ ਸਾਹਿਬ ਕਿ ਜਦੋਂ ਕੁਝ ਗਲਤ ਵਾਪਰ ਰਿਹਾ ਸੀ ਉਦੋਂ ਅਸੀਂ ਕਿੱਥੇ ਸੀ? ਅੱਜ ਮੰਨ ਲਓ ਕੋਈ ਸੰਸਥਾ ਕੋਈ ਬਹੁਤ ਮਾੜਾ ਕਰ ਰਹੀ, ਅਸੀਂ ਉਹਨੂੰ ਕਾਊਂਟਰ ਕਰਨ ਦੇ ਜੇ ਸਮਰੱਥ ਨਹੀਂ, ਸਾਨੂੰ ਅਨਾਉਂਸ ਕਰ ਦੇਣਾ ਚਾਹੀਦਾ ਕਿ ਇਹ ਹਮਲਾ ਤਾਕਤ ਤਰੀਕੇ ਨਾਲ ਹੋ ਰਿਹਾ, ਇਹਨੂੰ ਤੁਹਾਨੂੰ ਸੁਚੇਤ ਰੂਪ 'ਚ ਜਰਨਾ ਪਊਗਾ। ਤੁਹਾਨੂੰ ਉਸ ਤਰ੍ਹਾਂ ਦੀ ਅਵੇਅਰਨੈਸ ਕੈਂਪੇਨ ਸ਼ੁਰੂ ਕਰ ਦੇਣੀ ਚਾਹੀਦੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਫਿਕਰ ਨਾਲੋਂ ਜ਼ਿਆਦਾ ਜ਼ਿਕਰ ਹੋਣੇ ਚਾਹੀਦੇ ਕਿ ਆਪਾਂ ਕੀ ਕਰ ਰਹੇ ਹਾਂ। ਬਿਲਕੁਲ ਸਾਡੇ ਤੇ ਇਹ ਹੋ ਰਿਹਾ, ਅਸੀਂ ਇਹ ਪ੍ਰੋਗਰਾਮ ਦੇ ਰਹੇ ਹਾਂ। ਸਰਦਾਰ ਜੀ ਦੇਖੋ, ਸਵਾਲ ਇਹ ਹੈ ਕਿ ਜੇ ਕੌਮ ਦਾ ਸਰਬਰਾਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਾਚਾਰਗੀ ਮਹਿਸੂਸ ਕਰਨਗੇ, ਕੱਲੇ ਫਿਕਰ ਜ਼ਾਹਰ ਕਰਨਗੇ, ਅਸੀਂ ਕੀ ਕਰਾਂਗੇ? ਪਹਿਲੀ ਗੱਲ ਇਹ ਆ, ਜੇ ਤੁਸੀਂ ਕਿਤੇ ਵੀ ਤੁਹਾਨੂੰ ਲੱਗ ਰਿਹਾ ਕਿ ਕੁਝ ਹੋ ਰਿਹਾ, ਉਹਦਾ ਬਦਲ ਕੀ ਦੇ ਰਹੇ ਹੋ ਤੁਸੀਂ? ਅਸੀਂ ਕਿਸੇ ਫੌਜ ਨਾਲ ਲੜਨ ਨਹੀਂ ਜਾ ਰਹੇ, ਅਸੀਂ ਦੋ ਵਿਚਾਰ ਦੇ ਟਕਰਾਅ 'ਚ ਹੈ। ਅਸੀਂ ਆਪਣੀ ਜਿਹੜੀ ਸਾਡੀ ਦੇਸ਼ ਦੀ ਸਾਡਾ ਰਾਈਟ ਹੈ, ਜਿੱਥੇ ਅਸੀਂ ਰਿਸੋਰਸਸ ਸਮਝਦੇ ਸਾਡੇ ਹੈ, ਜੇਕਰ ਸਾਨੂੰ ਕਿਤੇ ਨਹੀਂ ਮਿਲਦਾ, ਇਹਦੇ ਇੱਕ ਸਮਾਨਾਂਤਰ ਸ਼੍ਰੋਮਣੀ ਕਮੇਟੀ ਸਿੰਘ ਸਾਹਿਬ ਤੇ ਚਲੋ ਕਿਸੇ ਨੂੰ ਕਹਿੰਦੇ ਅੱਛੇ ਨਹੀਂ ਲੱਗਦੇ, ਕਿਸੇ ਕੋਰਟ 'ਚ ਜਾਂਦੇ ਅੱਛੇ ਨਹੀਂ ਲੱਗਦੇ ਕਿਉਂਕਿ ਉਹ ਸਰਵਉੱਚ ਅਦਾਲਤ ਆਪ ਨੇ, ਲੇਕਿਨ ਸੰਸਥਾਵਾਂ ਤੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਿਸੇ ਵੀ ਸਰਕਾਰ ਨੂੰ ਘੇਰ ਸਕਦੀਆਂ ਨੇ। ਪਰ ਘੇਰਨ ਅਕਾਲੀ ਦਲ ਘੇਰ ਸਕਦਾ ਹੈ। ਗੱਲ ਤੇ ਸਰ ਇਹ ਆ ਕਿ ਜਥੇਦਾਰ ਸਾਹਿਬ ਇਸ ਗੱਲ ਤੇ ਵਿਚਾਰ ਕਰਨ ਕਿ ਜਦੋਂ ਕੋਈ ਫੈਸਲਾ ਲੈਣਾ ਹੁੰਦਾ, ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਸਾਡੇ ਸਾਹਮਣੇ ਆਇਆ ਜੀ, ਸਰਕਾਰ ਨੇ ਜਦੋਂ ਫੈਸਲਾ ਕਰ ਲਿਆ ਸੀ ਕਿ ਖਰਚਾ ਉਹ ਕਰ ਰਹੀ ਹੈ, ਅਸੀਂ ਜਿੱਦ ਫੜੀ ਕਿ ਨਹੀਂ, ਸਾਡਾ ਸਮਾਗਮ ਵੱਖਰਾ ਹੋਏਗਾ ਕਿਉਂਕਿ ਅਸੀਂ ਕਰਨਾ ਹੈ, ਅਸੀਂ ਜ਼ਿੰਮੇਵਾਰ ਆ, ਅਸੀਂ ਕਰਦੇ, ਫਿਰ ਸਰਕਾਰ ਸਾਡੇ ਵੱਲ ਆਵੇ, ਸਰਕਾਰ ਸਾਡੇ ਵੱਲ ਆਵੇ। ਹੁਣ ਅਸੀਂ ਉਸ ਸਰਕਾਰ ਪਾਸੋਂ ਇਹ ਆਸ ਕਿਉਂ ਰੱਖੀ ਕਿ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 400 ਸਾਲਾ ਪ੍ਰਕਾਸ਼ ਦਿਵਸ ਮਨਾਏਗੀ, ਜਿਸ ਸਰਕਾਰ ਨੂੰ ਅਸੀਂ ਇਹ ਕਹਿ ਰਹੇ ਹਾਂ ਕਿ ਇਹ ਇਸ ਵੇਲੇ ਫਿਰਕਾ ਪ੍ਰਸਤੀ ਦੀ ਸਰਪ੍ਰਸਤੀ ਕਰ ਰਹੀ ਹੈ? ਨਹੀਂ ਸਰਦਾਰ ਜੀ, ਅਸੀਂ ਉਹਦੇ ਤੋਂ ਕਿਉਂ ਆਸ ਕੀਤੀ? ਇੱਕ ਹੋਰ ਪਹਿਲੂ ਬੜਾ ਪਿਆਰਾ ਤੁਸੀਂ ਮੁੱਦਾ ਉਠਾਇਆ। ਇੱਕ ਤਾਂ ਪਹਿਲਾ ਜਿਹੜਾ ਤੁਹਾਡਾ ਉਠਾਇਆ ਮੁੱਦਾ ਸੀਗਾ ਕਿ ਅਕਾਲੀ ਦਲ ਦੇ ਪ੍ਰਧਾਨ ਨੂੰ ਸਾਰੀਆਂ 1000 ਮੀਟਿੰਗ ਛੱਡ ਕੇ ਪਹਿਲਾਂ ਅਕਾਲ ਤਖਤ ਦੀ ਸਰਪ੍ਰਸਤੀ ਥੱਲੇ ਬਹਿਣਾ ਚਾਹੀਦਾ ਹੈ। ਬਿਲਕੁਲ ਠੀਕ ਹੈ ਜੀ, ਕਿਉਂਕਿ ਸਭ ਤੋਂ ਅਹਿਮ ਜਿੱਥੇ ਸੰਪਰਦਾਵਾਂ ਨੇ ਉੱਥੇ ਜਿਹੜਾ ਅਕਾਲੀ ਦਲ ਕਿਉਂ ਨਾ। ਦੂਜੀ ਗੱਲ ਕਿ ਜਦੋਂ ਤੁਸੀਂ ਕਹਿ ਰਹੇ ਹੋ ਕਿ ਸ਼੍ਰੋਮਣੀ ਕਮੇਟੀ ਦੀ ਅਗਵਾਈ 'ਚ ਜਾਂ ਪੰਥ ਦੀ ਅਗਵਾਈ 'ਚ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ 'ਚ ਸਭ ਹੋਣਾ ਚਾਹੀਦਾ ਜੀ, ਫਿਰ ਸਾਨੂੰ ਸਰਕਾਰਾਂ ਨਾਲ ਟਕਰਾ 'ਚ ਆਉਣ ਦੀ ਲੋੜ ਵੀ ਕੀ? ਲੋੜ ਹੀ ਕੋਈ ਨਹੀਂ। ਤੁਸੀਂ ਆਪਣੇ ਤੌਰ ਤੇ ਕਰੋ, ਸਰਕਾਰਾਂ ਦੇਖਣ। ਤੁਸੀਂ ਇੱਕ ਮੈਂ ਉਦਾਹਰਨ ਦੇ ਰਿਹਾ, ਤੁਸੀਂ ਕਿਸਾਨੀ ਲਹਿਰ ਦੇਖ ਰਹੇ ਹੋ ਜੀ, ਬਿਲਕੁਲ ਇੱਕ ਨੱਕ ਦੀ ਸਿੱਧੇ ਗਏ ਨੇ, ਉਹ ਕਿਸੇ ਦੇ ਉੱਤੇ ਨਿਰਭਰ ਨਹੀਂ ਹੋਈ।
ਸਰਕਾਰਾਂ ਕਿਸ ਤਰ੍ਹਾਂ ਦੇਖਦੀਆਂ ਨੇ? ਸਰਕਾਰਾਂ ਦੀ ਫਿਕਰਮੰਦੀ ਹੋਈ ਆ, ਸਰਕਾਰਾਂ ਨੂੰ ਫਿਕਰ ਲੱਗਿਆ, ਲੇਕਿਨ ਸੰਸਾਰ ਨੇ ਦੇਖਿਆ ਕਿ ਹਾਂ ਸ਼ਾਂਤਮਈ ਅੰਦੋਲਨ ਇਸ ਤਰ੍ਹਾਂ ਵੀ ਚੱਲਦੇ ਨੇ ਜੀ। ਅਗਰ ਤੁਸੀਂ ਅੱਜ ਕੋਈ ਰੂਪ ਰੇਖਾ ਬਣਾ ਰਹੇ ਹੋ ਤੇ ਕਿਰਪਾ ਕਰਕੇ ਇਹ ਤੇ ਜ਼ਰੂਰ ਜਨਤਕ ਕਰੋ ਕਿ ਕੀ ਤੁਹਾਡੇ ਕੋਲ ਸਿੱਖ ਵਿਦਵਾਨਾਂ ਦੀ ਕੋਈ ਘਾਟ ਹੈ। ਆਖਰ ਤੁਸੀਂ ਇੰਨਾ ਸਮਾਂ, ਇੰਨੇ ਸਮੇਂ ਦੌਰਾਨ, ਕਿਉਂਕਿ ਸਿੰਘ ਸਾਹਿਬ ਆਪ ਕਾਫੀ ਪੜ੍ਹਨ ਦੇ ਵਿੱਚ ਵਿਸ਼ਵਾਸ ਕਰਦੇ ਨੇ, ਉੱਚ ਡਿਗਰੀ ਵੱਲ ਜਾ ਰਹੇ ਨੇ, ਆਖਰ ਉਹਨਾਂ ਦੇ ਧਿਆਨ ਵਿੱਚ ਹੋਏਗਾ ਕਿ ਕਿਹੜੇ ਕਿਹੜੇ ਲੋਕ ਵਿਦਵਾਨ ਜਿਹੜੇ ਨੇ ਉਹ ਸਿੱਖ ਇਤਿਹਾਸ ਨੂੰ ਸਹੀ ਦਿਸ਼ਾ ਵੱਲ ਸਹੀ ਨਜ਼ਰ ਨਾਲ ਵੇਖ ਰਹੇ ਨੇ। ਅਸੀਂ ਉਹਨਾਂ ਤੋਂ ਕੰਮ ਕਰਾਉਣਾ ਸ਼ੁਰੂ ਕਿਉਂ ਨਹੀਂ ਕਰਦੇ? ਨਹੀਂ, ਬੜਾ ਜ਼ਰੂਰੀ। ਅਸੀਂ ਕਿਹਦੇ ਵੱਲ ਵੇਖ ਰਹੇ ਹਾਂ? ਕਿਹਦੇ ਵੱਲ ਵੇਖ ਰਹੇ ਹਾਂ? ਤੁਹਾਡਾ ਇੱਕ ਹਰਿਆਵਲ ਦਸਤਾ, ਤੁਸੀਂ ਅਕਾਲੀ ਦਲ ਦਾ ਹਰਿਆਵਲ ਦਸਤਾ ਹੁੰਦਾ ਸੀ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਅੱਜ ਕਿਤੇ ਨਹੀਂ। ਸ਼ਾਇਦ ਅੱਜ ਦੇ ਲੋਕ ਜਿਹੜੇ, ਅੱਜ ਦੇ ਸਿਆਸਤਦਾਨ ਉਸ ਹਰਿਆਵਲ ਦਸਤੇ ਨੂੰ ਆਪਣੀ ਤਾਕਤ ਥੱਲੇ ਦੱਬੀ ਬੈਠੇ ਨੇ ਜਾਂ ਵਧਣ ਨਹੀਂ ਦਿੱਤਾ, ਜਿੱਥੋਂ ਸਾਰੇ ਪੁਰਾਣੇ ਲੀਡਰ ਨਿਕਲ ਕੇ ਆਉਂਦੇ ਸੀ। ਕਾਰਨ ਸੀ ਕਿ ਉਹ ਜਿਹੜੀ ਸਾਡੀ ਪਨੀਰੀ ਆਉਂਦੀ ਸੀ ਉਹ ਪੂਰੀ ਸਿੱਖ ਸਿਧਾਂਤਾਂ ਦੇ ਅਨੁਸਾਰੀ ਔਰ 10 ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਸਮਰਪਿਤ। ਸਰਦਾਰ ਜੀ, ਇੱਕ ਹੋਰ ਸਵਾਲ ਹੈ ਕਿ ਜਦੋਂ ਅਸੀਂ ਇਹ ਸਮਝਦੇ ਹਾਂ ਕਿ ਭਾਰਤ ਸਰਕਾਰ ਇਹ ਸਹੀ ਗੱਲ ਹੈ ਸਿੰਘ ਸਾਹਿਬ ਦੀ ਕਿ ਅਕਿਰਤ ਘਣਤਾ ਕਰੂਗੀ ਜੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਇਹ ਸ਼ਹਾਦਤ ਹੈ ਉਹਨੂੰ ਦਰਕਨਾਰ ਕਰ ਦਿੰਦੀ ਹੈ, ਉਹ ਮੇਰੇ ਖਿਆਲ ਉਹਨਾਂ ਤੇ ਇਹ ਤੋਂ ਵੱਡਾ ਧੱਬਾ ਕੋਈ ਨਹੀਂ ਹੋਣਾ, ਕਿਉਂਕਿ ਉਹ ਆਪਣੇ ਆਪ ਨੂੰ ਇੱਕ ਹਿੰਦੂ ਆਈਡੀਓਲੋਜੀ ਚੋਂ ਆਏ ਮਹਿਸੂਸ ਕਰਦੇ। ਬਿਲਕੁਲ। ਔਰ ਹਿੰਦੂਆਂ ਦੀ ਜਿਹੜੀ ਜਾਨ ਮਾਲ ਦੀ ਰਾਖੀ ਲਈ ਗੁਰੂ ਸਾਹਿਬ ਆਪਣਾ ਆਪ ਸੈਕਰੀਫਾਈਸ ਕਰ ਗਏ। ਹੁਣ ਸਵਾਲ ਇਹ ਆ ਕਿ ਅਸੀਂ ਆਪਣੀ ਦਿਸ਼ਾ 'ਚ ਤੁਰੀਏ, ਅਸੀਂ ਆਪਣੀ ਦਿਸ਼ਾ 'ਚ ਤੁਰੀਏ, ਲੋਕ ਉਹਨਾਂ ਨੂੰ ਮਿਹਣੇ ਮਾਰਨਗੇ। ਆਖਰ ਸਿੱਖ ਜਿਹੜੇ ਨੇ, ਜਦੋਂ ਸਿੱਖਾਂ ਦੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹਨਾਂ ਦੀਆਂ ਸੰਸਥਾਵਾਂ ਆਪਣੀਆਂ ਨੇ, ਚਾਹੇ ਉਹ ਦਮਦਮੀ ਟਕਸਾਲ ਹੈ, ਚਾਹੇ ਨਾਨਕਸਰ ਵਾਲੇ ਨੇ, ਚਾਹੇ ਮਿਸ਼ਨਰੀ ਨੇ, ਚਾਹੇ ਨਿਹੰਗ ਸਿੰਘ ਜਥੇਬੰਦੀਆਂ ਨੇ, ਇਹ ਕੌਮੀ ਜਥੇਬੰਦੀਆਂ ਨੇ, ਕੌਮ ਦੀਆਂ ਆਪਣੀਆਂ ਨੇ। ਕੌਮ ਇਹਨਾਂ ਤੋਂ ਇਲਾਵਾ ਕਿਸੇ ਤੀਸਰੀ ਧਿਰ ਵੱਲ ਕਿਉਂ ਵੇਖੇ? ਫਰਕ ਇਹ ਆ ਕਿ ਜਿਹੜੀ ਗੱਲ ਸਿੰਘ ਸਾਹਿਬ ਨੇ ਕਹੀ ਆ, ਜਿਹਨੂੰ ਸ਼ਾਇਦ ਸੰਸਥਾਵਾਂ ਵੀ ਉੱਥੋਂ ਹੀ ਸੁਣ ਕੇ ਭੁੱਲ ਜਾਣਗੀਆਂ, ਉਹਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਬੈਠਣ ਦੀ ਲੋੜ ਹੈ। ਇਹਦਾ ਮਤਲਬ ਕਿ ਉਹਨਾਂ ਮਹਿਸੂਸ ਕੀਤਾ ਕਿ ਜੇ ਇਹ ਸੰਸਥਾਵਾਂ ਦੇ ਵਿੱਚ ਵਖਰੇਵੇ ਨਾ ਹੋਣ ਤੇ ਫਿਰ ਸਾਡੇ ਵੱਲ ਝਾਕੇ ਵੀ ਕੋਈ ਨਾ। ਇੱਕ ਹੋਰ ਸਵਾਲ ਹੈ, ਸਿੰਘ ਸਾਹਿਬ ਦਾ ਇਹ ਫਿਕਰ ਹੈ ਕਿ ਸਾਡਾ ਇੱਕ ਇੱਕ ਬੱਚਾ ਉਹ ਬਾਹਰ ਚਲੇ ਗਿਆ, ਸਾਡਾ ਇੱਥੇ ਸਾਂਭੂ ਕੁਛ ਕੌਣ? ਮੈਂ ਇਹ ਪੁੱਛਦਾ ਹੈ ਕਿ ਇਸ ਪੀਰੀਅਡ 'ਚ, ਜਿਸ ਪੀਰੀਅਡ ਦੇ ਵਿੱਚ ਇਹ ਸਭ ਵਾਪਰਿਆ, ਹਿਜਰਤ ਹੋਈ, ਪਲਾਇਨ ਕੀਤਾ ਬੱਚਿਆਂ ਨੇ, ਉਸ ਪੀਰੀਅਡ ਦੇ ਵਿੱਚ ਤੁਹਾਡਾ ਆਪਣਾ ਸਭ ਤੋਂ ਨੇੜਲਾ ਪੁੱਤਰ ਅਕਾਲੀ ਦਲ ਸੱਤਾ 'ਚ ਸੀ। ਬਿਲਕੁਲ। ਸ਼੍ਰੋਮਣੀ ਅਕਾਲੀ ਦਲ ਦੀ ਸੱਤਾ ਦੇ ਹੁੰਦਿਆਂ ਇਹ ਪ੍ਰਵਿਰਤੀ ਸਿਖਰ ਤੇ ਗਈ ਤੇ ਸਭ ਤੋਂ ਵੱਡੀ ਗੱਲ ਇਹ ਹੋਈ ਕਿ ਸਰਦਾਰ ਸਾਹਿਬ ਪੋਲੀਟੀਕਲ ਵੈਂਡੇਟਾ ਦੀ ਸਭ ਤੋਂ ਵੱਡੀ ਮਾਰ ਪਈ। ਸਿਆਸੀ ਵਿਰੋਧਾਂ ਦੇ ਚੱਲਦਿਆਂ ਇੱਕ ਦੂਜੇ ਤੇ ਹੁੰਦੇ ਪਰਚੇ, ਡਰ, ਨਸ਼ੇ, ਕਿੰਨੀਆਂ ਅਲਾਮਤਾਂ ਨੇ, ਕਿੰਨੀਆਂ ਅਲਾਮਤਾਂ ਜਿਹੜੀਆਂ ਅੱਜ ਤੱਕ ਤੁਰੀਆਂ ਆਉਂਦੀਆਂ ਨੇ। ਇਹ ਅਲਾਮਤਾਂ ਅਕਾਲੀ ਦਲ ਦੀ ਗਵਰਨਮੈਂਟ ਦੇ ਵਿੱਚ ਸਿਖਰ ਛੂਹੀਆਂ ਤੇ ਬੱਚੇ ਲੋਕਾਂ ਨੇ ਡਰ ਦੇ ਵਿੱਚੋਂ ਬਾਹਰ ਭੇਜਣੇ ਸ਼ੁਰੂ ਕਰਤੇ ਕਿ ਜਾਓ, ਸੇਫ ਰਹੋ, ਸੁਰੱਖਿਅਤ ਰਹੋ, ਅਸੀਂ ਦੂਰੋਂ ਤੁਹਾਨੂੰ ਵੇਖ ਕੇ ਜੀ ਲਾਂਗੇ। ਮੈਨੂੰ ਇਹ ਨਹੀਂ ਸਮਝ ਆਈ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਇਹਨਾਂ ਫਿਕਰਾਂ ਦੇ ਨਾਲ ਕੁਝ ਔੜ ਪੌੜ, ਕੁਝ ਜਿਹਨੂੰ ਕਹਿੰਦੇ ਹੁੰਦੇ ਆ ਕੋਈ ਪੇਸ਼ਬੰਦੀਆਂ, ਕੁਝ ਨਵੇਂ ਕੰਮ ਕਰਨ ਲਈ ਸਰਕਾਰਾਂ ਨੂੰ ਸਿੱਧੇ ਤੌਰ ਤੇ ਕਿਉਂ ਨਹੀਂ ਕਹਿੰਦੇ ਸ਼੍ਰੋਮਣੀ ਕਮੇਟੀ ਕੁਝ ਇਸ ਤਰ੍ਹਾਂ ਦੇ ਕੰਮ ਉਲੀਕੇ ਜਿਨ੍ਹਾਂ ਨਾਲ ਸਾਡੀ ਜਿਹੜੀ ਡੁੱਬਦੀ ਬੇੜੀ ਆ, ਜਿੱਥੇ ਜਿੱਥੇ ਸਾਡੇ ਫਿਕਰ ਨੇ, ਉਹਨਾਂ ਨੂੰ ਕੁਝ ਮੋੜਾ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਸਿੰਘ ਸਾਹਿਬ ਪਹਿਲੀ ਵਾਰ ਕਾਰਜਕਾਰੀ ਜਥੇਦਾਰ ਬਣ ਕੇ ਆਉਂਦੇ ਨੇ, ਇਹਨੇ ਕਾਫੀ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ, ਰਾਬਤਾ ਕਾਇਮ ਕੀਤਾ, ਰਾਏ ਪੁੱਛਣਾ ਸ਼ੁਰੂ ਕੀਤਾ। ਔਰ ਮੈਂ ਨਿੱਜੀ ਤੌਰ ਤੇ ਇਹਨਾਂ ਨੂੰ ਇੱਕ ਸੁਝਾਅ ਦਿੱਤਾ ਸੀ। ਮੈਂ ਕਿਹਾ ਸਿੰਘ ਸਾਹਿਬ, ਤੁਸੀਂ ਕਿਉਂਕਿ ਵਿਦਿਅਕ ਖੇਤਰ ਨਾਲ ਜੁੜੇ ਹੋਏ ਹੋ, ਤੁਹਾਡਾ ਗਿਆਨ ਤੁਸੀਂ ਵਧਾ ਰਹੇ ਹੋ ਨਿਰੰਤਰ, ਤੁਸੀਂ ਸਾਡੇ ਜਿਹੜੇ ਸਕੂਲ ਕਾਲਜ ਨੇ ਉੱਥੇ ਜਾਂਦੇ ਹੋ, ਉਹਨਾਂ ਦੇ ਵਿੱਚ ਆਪਣੀ ਫੇਰੀ ਜਿਹੜੀ ਆ ਉਹਨੂੰ ਵਧਾਓ। ਜਿਹੜਾ ਸਾਡਾ ਭਵਿੱਖ ਯੂਨੀਵਰਸਿਟੀਆਂ ਦੇ ਵਿੱਚ, ਕਾਲਜਾਂ ਦੇ ਵਿੱਚ, ਸਕੂਲਾਂ 'ਚ ਬੈਠਾ ਆ, ਘੱਟੋ ਘੱਟ ਉਸ ਭਵਿੱਖ ਨੂੰ ਇੱਕ ਸੂਤਰ ਦੇ ਵਿੱਚ ਜ਼ਰੂਰ ਪਰਵੋ ਤਾਂ ਕਿ ਸਾਡੀ ਉਹ ਜਿਹੜੀ ਨਵੀਂ ਪੀੜ੍ਹੀ ਆ ਰਹੀ ਹੈ, ਜਿਸ ਪੀੜ੍ਹੀ ਨੂੰ ਤੁਸੀਂ ਆਹ ਸੌਂਪ ਜਾਣਾ, ਘੱਟੋ ਘੱਟ ਉਹ ਤੇ ਮਜ਼ਬੂਤ ਹੋਵੇ।
ਲੇਕਿਨ ਗੱਲ ਫਿਰ ਉੱਥੇ ਆ ਜਾਂਦੀ ਆ ਕਿ ਜਦੋਂ ਇਹ ਕਾਲਜ ਸ਼੍ਰੋਮਣੀ ਕਮੇਟੀ ਦੇ ਨੇ, ਇਹ ਚੀਫ ਖਾਲਸਾ ਦੀਵਾਨ ਦੇ ਨੇ, ਇਹ ਦੂਸਰਿਆਂ ਦੇ ਨੇ, ਗੱਲ ਫਿਰ ਉੱਥੇ ਆ ਕੇ ਰਲ ਗੱਡ ਹੋ ਜਾਂਦੀ। ਕਿਤੇ ਨਾ ਕਿਤੇ ਸਾਡੇ ਇਸ ਧਾਰਮਿਕ ਸੰਸਥਾ ਦੇ ਉੱਤੇ ਵੀ ਸਿਆਸਤ ਭਾਰੂ ਪੈ ਜਾਂਦੀ ਹੈ। ਮੈਨੂੰ ਇੰਜ ਲੱਗਦਾ ਕਿ ਸਿੰਘ ਸਾਹਿਬ ਇਹਦਾ ਬੁਰਾ ਨਹੀਂ ਮੰਨਣਗੇ ਇਹਨਾਂ ਗੱਲਾਂ ਦਾ, ਔਰ ਥੋੜੇ ਜਿਹੇ ਬ੍ਰੌਡਰ ਪਰਸਪੈਕਟਿਵ ਦੇ ਵਿੱਚ ਖੁੱਲੇ ਮਨ ਨਾਲ ਇਹਨੂੰ ਨਿਹਾਰਨਗੇ ਕਿ ਸੱਚਮੁੱਚ ਹੁਣ ਫਿਕਰ ਕਰਨ ਨਾਲੋਂ ਕੁਝ ਕੰਮ ਕਰਨ ਲਈ 2 ਕਦਮ ਅੱਗੇ ਵਧਣ ਦੀ ਲੋੜ ਆ, ਤੇ ਬਹੁਤ ਪ੍ਰੈਕਟੀਕਲ ਜਿਹਨੂੰ ਵਿਹਾਰਕ ਅਪਰੋਚ ਕਹਿੰਦੇ ਆ ਉਹਦੀ ਲੋੜ ਆ। ਹਾਲਾਂਕਿ ਉਹ ਸਿਆਣੇ ਬੜੇ ਆ, ਅਸੀਂ ਕੌਣ ਹੁੰਨੇ ਆ, ਕਿਸੇ ਦਿਨ ਇਹਨਾਂ ਵਿਦਵਾਨਾਂ ਨਾਲ ਹੱਲ ਤੇ ਵੀ ਗੱਲ ਕਰਾਂਗੇ ਕਿ ਕੀ ਕੀਤਾ ਜਾ ਸਕਦਾ। ਬਿਲਕੁਲ ਬਿਲਕੁਲ। ਔਰ ਬਕਾਇਦਾ ਅਕਾਲ ਤਖਤ ਸਾਹਿਬ ਦੀ ਇੱਕ ਸਲਾਹਕਾਰ ਕਮੇਟੀ ਹੋਇਆ ਕਰਦੀ ਸੀ ਜੀ, ਅੱਜ ਵੀ ਹੈ ਸ਼ਾਇਦ, ਲੇਕਿਨ ਉਹਨਾਂ ਦੀ ਲੋੜ ਉਦੋਂ ਮਹਿਸੂਸ ਹੁੰਦੀ ਜਦੋਂ ਕੋਈ ਮਸਲਾ ਆ ਜਾਂਦਾ, ਜਦੋਂ ਕੋਈ ਕੰਮ ਫਸ ਜਾਂਦਾ। ਔਰ ਉਹ ਸਲਾਹਕਾਰ ਇਸੇ ਕਰਕੇ ਹੁੰਦੇ ਸੀ। ਸਿੰਘ ਸਾਹਿਬ ਨੂੰ ਚਾਹੀਦਾ ਉਹ ਦਾਇਰਾ ਵੱਡਾ ਕਰ ਲੈਣ। ਬਹੁਤ ਸਾਰੇ ਲੋਕ ਕੰਮ ਕਰ ਰਹੇ ਨੇ, ਸਾਰੇ ਹੀ ਜਿਹੜੇ ਸਿੱਖ ਨੇ, ਜਿਹੜੇ ਇਤਿਹਾਸਕਾਰ ਨੇ, ਵਿਦਵਾਨ ਨੇ, ਉਹ ਸਿਧਾਂਤ ਨੂੰ ਖੋਰਾ ਨਹੀਂ ਲਾ ਰਹੇ, ਉਹ ਇਤਿਹਾਸ ਨੂੰ ਤੋੜ ਮਰੋੜ ਨਹੀਂ ਰਹੇ। ਜਿਹੜੇ ਸਹੀ ਦਿਸ਼ਾ 'ਚ ਕੰਮ ਕਰਨ ਵਾਲੇ ਅਜੇ ਕਾਇਮ ਨੇ। ਇੱਕ ਹੋਰ ਸਵਾਲ ਆ ਕਿ ਸਿੰਘ ਸਾਹਿਬ ਜਦੋਂ ਸੰਪਰਦਾਵਾਂ ਨੂੰ ਕਲਾਵੇ 'ਚ ਲੈਣ ਦੀ ਗੱਲ ਕਰੇ ਕਿ ਸ਼੍ਰੋਮਣੀ ਕਮੇਟੀ ਸਭ ਨੂੰ ਦਰਜਾ ਬਦਰਜਾ ਸਨਮਾਨ ਦੇਵੇ, ਚੰਗਾ ਹੁੰਦਾ ਸਿੰਘ ਸਾਹਿਬ ਉਹਨਾਂ ਸਾਰਿਆਂ ਨੂੰ ਇੱਕ ਵਾਰੀ ਇਹ ਵੀ ਕਹਿੰਦੇ ਕਿ ਜਿਹੜੇ ਸਾਡੇ ਵਖਰੇਵੇਂ ਆ, ਜਿੱਥੇ ਕਿਤੇ ਮਰਿਆਦਾ ਦੀ ਗੱਲ ਆ, ਜਿੱਥੇ ਅਸੀਂ ਵੱਖ-ਵੱਖ ਆਪਣੇ ਸਿਧਾਂਤ ਰੱਖੇ ਆ, ਰਹਿਤ ਮਰਿਆਦਾਵਾਂ ਰੱਖੀਆਂ, ਉਹਨਾਂ ਨੂੰ ਵੀ ਇਕੱਠਿਆਂ ਕਰ ਲਈਏ। ਇਹ ਮੇਰਾ ਖਿਆਲ ਸਭ ਤੋਂ ਵੱਡੀ ਗੱਲ ਹੋਊਗੀ ਕਿ ਜਦੋਂ ਅਸੀਂ ਇੱਕ ਨਿਸ਼ਾਨ, ਇੱਕ ਝੰਡੇ ਥੱਲੇ, ਇੱਕ ਸਰਪ੍ਰਸਤੀ ਥੱਲੇ ਇਕੱਠੇ ਹੋਵਾਂਗੇ, ਉਹ ਸਰਪ੍ਰਸਤੀ ਸ਼੍ਰੀ ਅਕਾਲ ਤਖਤ ਸਾਹਿਬ ਦੀ। ਜਿਹੜੇ ਵਖਰੇਵੇਂ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਬੈਠ ਕੇ ਬੰਦ ਕਮਰੇ 'ਚ ਨਿਬੇੜ ਲਿਆ ਜਾਵੇ। ਵੱਖ-ਵੱਖ ਸੰਪਰਦਾਵਾਂ ਅਜੇ ਤੱਕ ਨਾਨਕਸ਼ਾਹੀ ਕੈਲੰਡਰ ਤੋਂ ਲੈ ਕੇ ਹੋਰ ਮਸਲੇ, ਮੂਲ ਮੰਤਰ, ਅਜੇ ਤੱਕ ਅਸੀਂ ਉਹਨਾਂ ਦੇ ਉੱਤੇ ਇੱਕ ਰਾਏ ਨਹੀਂ ਬਣਾ ਸਕੇ। ਬਣਾਉਣੀ ਚਾਹੀਦੀ ਸਰਦਾਰ ਸਾਹਿਬ, ਥੋੜਾ ਜਿਹਾ ਅੱਗੇ ਤੁਰੀਏ। ਕੱਲ ਦਾ ਇੱਕ ਰੌਲਾ ਬੜਾ ਪਈ ਗਿਆ, ਮੈਂ ਤਾਂ ਇੱਕ ਛੋਟਾ ਜਿਹਾ ਵਿਊ ਪੁਆਇੰਟ ਦਿੱਤਾ ਸੀਗਾ ਕਿ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਿ ਹੁਣ ਜਿਹੜਾ ਤਿਲਸਮ ਹੈ ਉਹ ਟੁੱਟ ਗਿਆ। ਲੇਕਿਨ ਉਸੇ ਵੇਲੇ 2 ਘੰਟੇ ਬਾਅਦ ਇੱਕ ਖਬਰ ਆਉਂਦੀ ਹੈ ਕਿ ਸਿੱਧੂ ਸਾਹਿਬ ਪ੍ਰੈਸ ਕਾਨਫਰੰਸ ਸੱਦ ਰਹੇ ਆ, ਸੱਦ ਲਈ ਉਹਨਾਂ। ਹਾਂ, ਕਾਫੀ ਉਤਸ਼ਾਹ ਸੀ ਲੋਕਾਂ ਦੇ ਵਿੱਚ ਅੱਜ। ਹਾਂ, ਵੀ ਪਤਾ ਨਹੀਂ ਕੀ ਹੋ ਰਿਹਾ। ਬਹੁਤੇ ਸੋਚਦੇ ਸੀ ਧਮਾਕਾ, ਜ਼ਿਆਦਾਤਰ ਚੈਨਲ ਇਹ ਕਰਨਗੇ, ਸਿੱਧੂ ਕਰਨਗੇ ਅੱਜ ਧਮਾਕਾ। ਬਣਦਾ ਵੀ ਸੀ ਕਿਉਂਕਿ ਵਾਹਵਾ ਦੇਰ ਬਾਅਦ ਉਹਨਾਂ ਮਿਲਣਾ ਸੀ। ਲੇਕਿਨ ਜਿਹੜੇ ਸਿਆਣੇ ਸੀ, ਮੈਂ ਹੁਣ ਨਾਂ ਨਾ ਲਵਾਂ, ਚੰਗਾ ਲੱਗੂਗਾ, ਬਹੁਤ ਸਾਰੇ ਸਿਆਣੇ, ਕਈਆਂ ਦੇ ਮੈਨੂੰ ਸਵਾਲ ਵੀ ਆਏ, ਕਈਆਂ ਨੂੰ ਮੈਂ ਵੀ ਕੀਤੇ WhatsApp ਤੇ ਜਾਂ ਹੋਰ ਸਾਧਨਾਂ ਰਾਹੀਂ ਵੀ ਕੀ ਹੋ ਰਿਹਾ, ਤੇ ਬਹੁਤਿਆਂ ਦੀ ਰਾਏ ਸੀ ਕਿ ਨਿਕਲਣਾ ਕੱਖ ਨਹੀਂ, ਚਲੋ ਵੇਖ ਲਓ, ਸ਼ਾਇਦ ਕਿਤੇ ਮਨ ਬਦਲ ਜੇ। ਉਹੀ ਗੱਲ ਹੋਈ, ਸਿੱਧੂ ਸਾਹਿਬ ਨੇ ਕੁਝ ਬਹੁਤਾ ਪਿੜ ਪੱਲੇ ਨਹੀਂ ਪਾਇਆ, ਕਿਸੇ ਪੱਤਰਕਾਰ ਦੇ ਸਵਾਲ ਨੂੰ ਚੱਜ ਨਾਲ ਲਿਆ ਨਹੀਂ, ਸਵਾਲਾਂ ਨੂੰ ਡੱਕ ਦਿੱਤਾ ਗਿਆ। ਤੁਸੀਂ ਜੋ ਕਹਿਣਾ ਚਾਹੁੰਦੇ ਹੋ। ਮੈਂ ਇੱਕ ਸੱਜਣ ਨੇ ਟਿੱਪਣੀ ਜ਼ਰੂਰ ਕੀਤੀ ਫੇਸਬੁੱਕ ਦੇ ਉੱਤੇ, ਕਹਿੰਦੇ ਕਿ ਅੱਗੇ ਨਵਜੋਤ ਸਿੰਘ ਸਿੱਧੂ ਜਦੋਂ ਵੀ ਕਿਤੇ ਜਾਂਦੇ ਸੀ ਉਹ ਆਪਣੀ ਗੱਲ ਕਹਿ ਕੇ ਕਹਿੰਦੇ ਸੀ ਠੋਕੋ ਤਾਲੀ, ਪਰ ਕਹਿੰਦੇ ਅੱਜ ਪਹਿਲੀ ਵਾਰੀ ਹੋਇਆ ਕਿ ਉਹਨਾਂ ਨੇ ਆਪਣੀ ਗੱਲ ਕਹਿ ਕੇ ਆਪ ਹੀ ਤਾੜੀ ਮਾਰ ਲਈ। ਅੱਛਾ, ਪਰ ਇਹ ਸਰਦਾਰ ਜੀ ਦੇਖੋ, ਸ਼ਖਸੀਅਤਾਂ ਦਾ ਡਿਲੂਸ਼ਨ ਜਿਹਨੂੰ ਕਹਿੰਦੇ ਆ, ਡਿਸੋਲਵ ਹੋਣਾ, ਇਸ ਹੱਦ ਤੱਕ ਨਹੀਂ ਹੋਣਾ ਚਾਹੀਦਾ। ਹਾਂ, ਤੁਸੀਂ ਆਪਣੀ ਕ੍ਰੈਡੀਬਿਲਿਟੀ ਇਸ ਤਰ੍ਹਾਂ ਨਾਲ ਲੈ ਕੇ ਜਾਓ। ਇੱਕ ਬੜਾ ਸੋਹਣਾ ਸਵਾਲ ਉੱਠਦਾ ਹੈ ਕਿ ਜੋ ਤੁਸੀਂ ਕਹਿ ਰਹੇ ਹੋ, ਇਹ ਪਿਛਲੇ 6 ਮਹੀਨੇ ਤੋਂ ਕਿਸਾਨ ਜਥੇਬੰਦੀਆਂ ਦੇ ਨਿੱਕੇ ਤੇ ਨਿੱਕੇ ਆਗੂ ਵੀ ਕਹਿ ਰਹੇ। ਬਿਲਕੁਲ, ਲੋਕਾਂ ਨੇ ਸੁਝਾਅ ਦਿੱਤੇ ਨੇ ਕਿ ਨਵਜੋਤ ਸਿੰਘ ਸਿੱਧੂ ਜੀ ਹੁਣ ਇਹ ਸਾਰਾ ਕੁਝ ਛੱਡੋ, ਕੱਲਾ ਅੰਮ੍ਰਿਤਸਰ ਵਿੱਚ ਬੈਠ ਕੇ ਬੰਦ ਕਮਰੇ 'ਚ ਗੱਲ ਨਾ ਕਰੋ, ਨਿਕਲੋ ਪੰਜਾਬ 'ਚ ਬਾਹਰ। ਤੁਹਾਡੇ ਵਰਗੇ ਹੋਰ ਬਹੁਤ ਨੇ ਜਿਹੜੇ ਲੋਕਾਂ ਦੇ ਬਣਨਾ ਚਾਹੁੰਦੇ ਨੇ, ਲੋਕਾਂ ਨੂੰ ਲੈ ਕੇ ਉਹਨਾਂ ਦਾ ਦਰਦ ਦੂਰ ਕਰਨਾ ਚਾਹੁੰਦੇ ਨੇ, ਨਿਕਲੋ ਬਾਹਰ ਘਰਾਂ 'ਚੋਂ। ਇੱਕ ਵਾਰੀ ਫਿਰ ਛੱਡ ਦਿਓ। ਇੱਕ ਵਾਰੀ ਫਿਰ ਕੁਝ ਲੋਕਾਂ ਨੇ ਇਹ ਫਿਕਰ ਜ਼ਾਹਰ ਕੀਤਾ ਹੈ, ਫਿਕਰ ਨਹੀਂ, ਕੁਝ ਲੋਕਾਂ ਨੇ ਇਹ ਟਿੱਪਣੀ ਕੀਤੀ ਆ ਆਫ ਦਾ ਰਿਕਾਰਡ, ਮੈਂ ਨਾਂ ਲਵਾਂ, ਚੰਗਾ ਨਹੀਂ ਲੱਗੂਗਾ, ਕਿ ਸ਼ਾਇਦ ਸਿੱਧੂ ਨੂੰ ਪ੍ਰੈਸ ਕਾਨਫਰੰਸ ਸੱਦਣ ਤੋਂ ਬਾਅਦ ਇੱਕ ਵਾਰੀ ਰਾਤ ਬਰਾਤੇ ਫੋਨ ਆ ਗਿਆ ਕਿ ਥੋੜੀ ਵੇਟ ਕਰ ਲੈ ਭਾਈ। ਅੱਛਾ, ਤੇ ਸਿੱਧੂ ਸਾਹਿਬ ਅਜੇ ਫੇਰ ਲਟਕਦੇ, ਹਵਾ 'ਚ ਲਟਕਦੇ ਇੱਕ ਉਸ, ਚਲੋ ਕੋਈ ਨਹੀਂ, ਦੇਖੋ ਪੈਂਡੂਲਮ ਵਾਲੀ ਸਥਿਤੀ। ਬਿਲਕੁਲ, ਕਾਰਨ ਇਹ ਆ ਕਿ ਜਦੋਂ ਬੰਦਾ ਦੁਬਦਾ ਦੇ ਵਿੱਚ ਫਸ ਜਾਂਦਾ ਤੇ ਇਹ ਸਿਆਸਤ ਜਿਹੜੀ ਆ ਇੱਕ ਐਸੀ ਗੰਦੀ ਖੇਡ ਹੈ ਕਿ ਉਹ ਇੱਕ ਗਾਣਾ, ਉਹ ਡਾਇਲੌਗ ਸੁਣਦੇ ਤੇ ਅਸੀਂ ਕੀ, ਉਹ ਫਿਲਮ ਦਾ, ਅਨਾਰਕਲੀ, ਸਲੀਮ ਤੁਝੇ ਮਰਨੇ ਨਹੀਂ ਦੇਗਾ ਔਰ ਹਮ ਤੁਝੇ ਜੀਣੇ ਨਹੀਂ ਦੇਗੇ, ਇਹ ਹਾਲਤ ਸਿਆਸਤ ਦੇ ਵਿੱਚ ਬੜੀ ਵਾਰੀ ਬਣਾ ਦਿੱਤੀ ਜਾਂਦੀ ਹੈ। ਪਰ ਇੰਨੀ ਲੰਬੀ ਨਹੀਂ ਖਿੱਚਣੀ ਚਾਹੀਦੀ ਕਿ ਲੋਕਾਂ ਦਾ ਦਿਲਚਸਪੀ ਖਤਮ ਹੋ ਜਾਏ।
ਕਿਉਂਕਿ ਪਰਦੇ ਚੁੱਕੇ ਜਾਣੇ ਚਾਹੀਦੇ, ਡਿੱਗਣੇ ਵੀ ਚਾਹੀਦੇ। ਬਿਲਕੁਲ। ਹੁਣ ਤੁਹਾਨੂੰ ਕਿਉਂਕਿ ਹੁਣ ਲੋਕਾਂ ਨੂੰ ਲੋੜ ਆ, ਹੁਣ ਲੋਕਾਂ ਨੇ 2022 ਦਾ ਜੇ ਫੈਸਲਾ ਕਰਨਾ ਆ ਤੇ ਉਹਨਾਂ ਨੇ ਤੁਹਾਡਾ ਕੋਈ ਨਾ ਕੋਈ ਕਾਰਡ ਜਿਹੜਾ ਆ ਜੀ ਉਹਨੂੰ ਜ਼ਰੂਰ ਵਾਚਣਾ ਆ। ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਹੋਰ ਕੈਂਡੀਡੇਟ ਐਲਾਨ ਦਿੱਤੇ ਗਏ ਆ। ਖੈਰ ਇਹ ਤਾਂ ਖਬਰ ਨਹੀਂ ਗਈ, ਇਹ ਤਾਂ ਜਸਟ ਲਾਈਕ ਜਿਵੇਂ ਤੁਸੀਂ ਸ਼ੁਗਲ ਕਰਦੇ ਹੋ, ਉਹਨਾਂ ਦੇ ਹੱਥ 'ਚ ਹੀ ਆ, ਜੇਬ 'ਚ ਹੀ ਆ, ਜਦੋਂ ਮਰਜ਼ੀ ਕੱਢ ਕੇ ਜਿਹਨੂੰ ਮਰਜ਼ੀ ਫੜਾ ਦੇਣ। ਹੁਣ ਤਾਂ ਉਹ ਸਾਰੀਆਂ ਪਰੰਪਰਾਵਾਂ ਵੀ ਪਿੱਛੇ ਰਹਿ ਗਈਆਂ। ਲੇਕਿਨ ਨਹੀਂ, ਉਹਨਾਂ ਨੇ ਜਿਹੜਾ ਕੋਰ ਕਮੇਟੀ ਨੇ ਅਧਿਕਾਰ ਦੇ ਦਿੱਤੇ ਨੇ ਕਿ ਸੁਖਬੀਰ ਸਿੰਘ ਬਾਦਲ ਦਿੱਲੀ ਕਮੇਟੀ ਦੀ ਚੋਣ ਤੇ ਜਿਹੜੇ ਉਮੀਦਵਾਰ ਨੇ ਉਹਨਾਂ ਦੀ ਚੋਣ ਉਹੀ ਕਰਨ। ਪਰ ਦਿੱਲੀ ਵਾਲਿਆਂ ਨੂੰ ਪੁੱਛ ਲਿਆ ਵੀ ਉਹ ਤੁਹਾਡੀ ਫੋਟੋ ਵੀ ਨਹੀਂ ਲਾਉਂਦੇ, ਤੁਹਾਨੂੰ ਨਾਲ ਵੀ ਨਹੀਂ ਬਿਠਾਉਂਦੇ, ਤੁਹਾਨੂੰ ਮਾਈਕ ਵੀ ਨਹੀਂ ਦਿੰਦੇ। ਨਹੀਂ, ਉਹ ਜੀਕੇ ਸਾਹਿਬ ਵੱਖਰੇ ਹੋ ਗਏ ਨੇ। ਸਾਹਿਬ ਮਨਜਿੰਦਰ ਸਿੰਘ ਸਰਸਾ ਹਰਗਿਜ਼ ਨਹੀਂ ਕਹਿਣਗੇ ਕਿ ਪ੍ਰਧਾਨ ਜੀ ਅਸੀਂ ਤੁਹਾਡੀ ਤਸਵੀਰ ਨਹੀਂ ਲਾਉਂਦੇ। ਲੇਕਿਨ ਫਿਰ ਮੈਨੂੰ ਇਹ ਨਹੀਂ ਸਮਝ ਆਈ ਕਿ ਇਹ ਉੱਥੋਂ ਨਦਾਰਦ ਕਿਉਂ ਨੇ? ਅਕਾਲੀ ਦਲ ਦੀ ਲੀਡਰਸ਼ਿਪ ਤਾਂ ਹੁਮ ਹਮਾ ਕੇ ਦਿੱਲੀ ਦੇ ਵਿੱਚ ਕਹਿੰਦੇ ਕੋਈ ਹੋਟਲ ਨਹੀਂ ਸੀ ਵੱਜਦਾ ਹੁੰਦਾ, ਕੋਈ ਸਰਾਂ ਨਹੀਂ ਬਚਦੀ, ਆਪਣੇ ਹਜ਼ਾਰਾਂ ਲੋਕ ਉੱਥੇ ਹੁੰਦੇ ਸੀ। ਤੇ ਹੁਣ ਏਡੀ ਇੰਨੀ ਤੇਜ਼ੀ ਨਾਲ ਉਹ ਇਲੈਕਸ਼ਨ ਚੱਲਣ ਵਾਲੀ ਆ ਤੇ ਸਾਡੇ ਲੋਕ ਅਜੇ ਤੱਕ ਉਧਰ ਤੁਰੇ ਹੀ ਨਹੀਂ। ਵੈਸੇ ਇਹ ਸਾਡੀ ਇਹ ਸਿਆਸਤ ਦਾ ਇੱਕ ਸੰਤਾਪ ਵੀ ਹੈ ਕਿ ਹਰ ਸਿਆਸੀ ਲੀਡਰ ਕਹਿੰਦਾ ਕਿ ਅਸੀਂ ਜਿੱਤੇ ਪਏ ਹਾਂ। ਜਿੱਤੇ ਤਾਂ ਹੈ, ਬਸ ਇਹ ਜਿਹੜੀ ਹੈ ਨਾ ਜੀਵੇ ਆਸਾ ਮਰੇ ਨਰਾਸਾ ਵਾਲੀ ਗੱਲ ਆ, ਉਹ ਕਹਿੰਦੀ ਕੋਈ ਡਰ ਕਰ ਲਾਂਗੇ ਜੇ ਦਿਨ ਬਥੇਰੇ ਪਏ ਆ। ਇਹ ਇੱਕ ਸਵਾਲ ਹੈ ਕਿ ਤੁਸੀਂ ਜੇਕਰ ਸਪੋਜ਼ ਲੋਕਾਂ ਦੀ ਨਜ਼ਰ 'ਚ ਪ੍ਰਵਾਨ ਹੋ ਤੇ ਫਿਰ ਤੁਸੀਂ ਨਜ਼ਰ ਆਉਣੇ ਚਾਹੀਦੇ ਆ। ਬਿਲਕੁਲ। ਲੇਕਿਨ ਕੋਰ ਕਮੇਟੀ ਫੈਸਲਾ ਕਰਦੀ ਪ੍ਰਧਾਨ ਸਾਹਿਬ ਤੁਸੀਂ ਸਰਵੇ ਸਰਵਾ ਜਾਓ ਦਿੱਲੀ ਦੇ ਫੈਸਲੇ ਕਰੋ, ਲੇਕਿਨ ਦਿੱਲੀ ਵਾਲੇ ਕਹਿੰਦੇ ਪ੍ਰਧਾਨ ਸਾਹਿਬ ਥੋੜਾ ਦੂਰ ਰਹੋ। ਨਹੀਂ, ਪ੍ਰਧਾਨ ਸਾਹਿਬ ਇਕੱਲੇ ਨਾ ਜਾਣ, ਜਿਹੜੀ ਕੋਰ ਕਮੇਟੀ ਦੇ ਸੀਨੀਅਰ ਮੈਂਬਰ ਨੇ ਉਹ ਵੀ ਪ੍ਰਧਾਨ ਸਾਹਿਬ ਦੇ ਨਾਲ ਜਾਣਗੇ ਤਾਂ ਕਿ ਦਿੱਲੀ ਵਾਲਿਆਂ ਨੂੰ ਇਹ ਪਤਾ ਲੱਗੇ ਕਿ ਹਾਂ ਸਾਡੇ ਮਾਈ ਬਾਪ ਆ ਗਏ ਨੇ। ਅਗਲੀ ਗੱਲ, ਤੁਹਾਡੇ ਪੁਰਾਣੇ ਤਾਲੁਕਾਤ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਬੜੇ ਵਧੀਆ ਰਹੇ ਤੇ ਮੈਨੂੰ ਵੀ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਜੀ। ਉਹਨਾਂ ਦੇ ਪਰਿਵਾਰ ਦੇ ਵਿੱਚ ਬਚੈਨੀ ਸਰਦਾਰ ਹਰਮੇਲ ਸਿੰਘ ਟੌਹੜਾ ਉਹਨਾਂ ਦੇ ਦਮਾਦ ਨੇ। ਹਰਮੇਲ ਸਿੰਘ ਟੌਹੜਾ ਉਹਨਾਂ ਦੇ ਦਮਾਦ ਨੇ ਤੇ ਉਹਨਾਂ ਦੀ ਧੀ ਦੋਨੇ ਮਹਾਰਾਣੀ ਪ੍ਰਨੀਤ ਕੌਰ ਨੂੰ ਮਿਲਦੇ ਆ ਤੇ ਕਨਸੋਆਂ ਤੇ ਖਬਰਾਂ ਪੁੱਠੀਆਂ ਸਿੱਧੀਆਂ ਵੀ ਰਹੀਆਂ। ਇਹ 2017 ਚ ਆਮ ਆਦਮੀ ਪਾਰਟੀ ਨਾਲ ਸੀਗੇ, ਫਿਰ ਅਕਾਲੀ ਦਲ ਨਾਲ ਆ ਗਏ। 1997 ਚ ਅਕਾਲੀ ਦਲ ਦੀ ਟਿਕਟ ਮਿਲੀ ਸੀ, ਉਹ ਵੀ ਗੁਰਚਰਨ ਸਿੰਘ ਟੌਹੜਾ ਦੇ ਖਾਤੇ ਚ ਜੀ। ਬਾਅਦ ਚ ਹਰਮੇਲ ਸਿੰਘ ਟੌਹੜਾ ਨੂੰ ਮੰਤਰੀ ਵੀ ਬਣਾਇਆ ਗਿਆ। ਜਵਾਈ ਨੂੰ ਤਾਂ ਬਣਾ ਹੀ ਸਕਦੇ ਨਾ, ਬਣਾਇਆ ਗਿਆ। ਔਰ ਉਸ ਵੇਲੇ ਸੀਗਾ ਕਿ ਜਥੇਦਾਰ ਟੌਹੜਾ ਨਹੀਂ ਸੀ ਚਾਹੁੰਦੇ, ਕਿਉਂਕਿ ਜਿਹੜੇ ਜਥੇਦਾਰ ਸਾਹਿਬ ਦੇ ਜਾਣਕਾਰ ਨੇ ਉਹ ਮੇਰੀ ਇਸ ਗੱਲ ਨੂੰ ਤਸਦੀਕ ਕਰਨਗੇ, ਟੌਹੜਾ ਨਹੀਂ ਸੀ ਚਾਹੁੰਦੇ ਕਿ ਮੇਰੇ ਜਵਾਈ ਨੂੰ ਮੰਤਰੀ ਬਣਾਇਆ ਜਾਏ। ਲੇਕਿਨ ਉਸ ਵੇਲੇ ਜਿਹੜਾ ਦੂਸਰਾ ਪੂਲ ਸੀ ਮੰਤਰੀ ਮੰਡਲ ਦਾ, ਉਹਦੇ ਚ ਹਰਮੇਲ ਸਿੰਘ ਟੌਹੜਾ ਨੂੰ ਮੰਤਰੀ ਬਣਾਇਆ। ਸ਼ਾਇਦ ਬਾਦਲ ਸਾਹਿਬ ਚਾਹੁੰਦੇ ਹੋਣਗੇ ਕਿ ਆਪਣੇ ਵਰਗਾ ਹੀ ਕਰ ਲਓ। ਲੇਕਿਨ ਜਦੋਂ ਫਿਰ ਗੁਰਚਰਨ ਸਿੰਘ ਟੌਹੜਾ ਤੇ ਪ੍ਰਕਾਸ਼ ਸਿੰਘ ਬਾਦਲ ਦਰਮਿਆਨ ਵਖਰੇਵਾਂ ਹੋਇਆ, ਇਹ ਛੱਡ ਕੇ ਆ ਗਏ ਤੇ ਜਿਹੜੇ 5 ਮੰਤਰੀਆਂ ਨੇ ਅਸਤੀਫੇ ਦਿੱਤੇ ਟੌਹੜਾ ਦੇ ਨਾਲ ਖੜੇ ਹੋਣ ਤੇ, ਉਹਨਾਂ ਚ ਹਰਮੇਲ ਸਿੰਘ ਟੌਹੜਾ ਸ਼ਾਮਲ ਆਉਣਾ ਹੀ ਪੈਣਾ ਸੀ। ਬਿਲਕੁਲ। ਔਰ ਉਹਦੇ ਤੋਂ ਬਾਅਦ 2017 ਦੇ ਵਿੱਚ ਫਿਰ ਇਹ ਹਰਮੇਲ ਸਿੰਘ ਟੌਹੜਾ ਸਨੌਰ ਤੋਂ ਦੁਬਾਰਾ ਖੜਦੇ ਆਮ ਆਦਮੀ ਪਾਰਟੀ ਚ ਆ ਜਾਂਦੇ ਨੇ। ਇਹਨਾਂ ਦੀ ਧਰਮ ਪਤਨੀ ਜਿਹੜੀ ਆ ਕੁਲਦੀਪ ਕੌਰ, ਉਹ ਖੜਦੀ ਆ ਉੱਥੇ ਜੀ। ਆਮ ਆਦਮੀ ਪਾਰਟੀ ਚਲੇ ਜਾਂਦੇ ਨੇ 2017 ਜੀ। ਬਿਲਕੁਲ। ਹੁਣ ਸਵਾਲ ਇਹ ਹੈ ਕਿ ਉਹ ਕਹਿੰਦੇ ਅਖਬਾਰੀ ਜਾਣਕਾਰੀ ਹੈ ਕਿ ਉਸ ਵੇਲੇ ਵੀ ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਸਨ ਕਿ ਪਰਿਵਾਰ ਸਾਡੇ ਵੱਲ ਆ ਜਾਊ ਕਾਂਗਰਸ, ਕਿਉਂਕਿ ਪਟਿਆਲੇ ਦਾ ਏਰੀਆ ਲੇਕਿਨ ਹੁਣ ਜਿਹੜਾ ਇਸ ਵਾਰੀ ਇਹਨਾਂ ਦੀ ਮੁਲਾਕਾਤ ਹੈ, ਜੇ ਤੁਹਾਨੂੰ ਯਾਦ ਕਰਾਈਏ ਕਿ 1 ਅਪ੍ਰੈਲ ਨੂੰ ਜਥੇਦਾਰ ਟੌਹੜਾ ਦਾ ਬਰਸੀ ਸੀ। ਪੰਜਾਬ ਸਰਕਾਰ ਨੇ ਬਕਾਇਦਾ ਧਰਮਸੋਤ ਨੂੰ ਭੇਜਿਆ ਔਰ ਜਥੇਦਾਰ ਟੌਹੜਾ ਨੂੰ ਪੰਥ ਰਤਨ ਕਹਿ ਕੇ ਇਸ਼ਤਿਹਾਰ ਦਿੱਤਾ ਅਖਬਾਰ। ਲੇਕਿਨ ਅਕਾਲੀ ਦਲ ਜਿਹੜਾ ਸੀ, ਉਹਨਾਂ ਨੇ ਜਿਹੜੀ ਫੇਸਬੁੱਕ ਤੇ ਪੋਸਟ ਪਾਈ ਉਹਦੇ ਚ ਪੰਥ ਰਤਨ ਸ਼ਬਦ ਹੀ ਨਹੀਂ ਸੀ ਹੈਗਾ। ਸ਼੍ਰੋਮਣੀ ਕਮੇਟੀ ਨੇ ਯੋਗ ਹੀ ਨਹੀਂ ਸਮਝਿਆ ਕਿ ਅਸੀਂ ਆਪਣੇ ਸਾਬਕਾ ਪ੍ਰਧਾਨ ਨੂੰ ਪੰਥ ਰਤਨ ਨੂੰ ਕਿਤੇ ਵੈਸੇ ਹੀ ਪ੍ਰੈਸ ਨੋਟ 'ਚ ਯਾਦ ਕਰ ਲਈਏ। ਮਤਲਬ ਤੁਹਾਡਾ ਮਤਲਬ ਵੀ ਇਹਨਾਂ ਦੇ ਮਨ 'ਚੋਂ ਟੀਸ ਸੀ। ਕਿਉਂਕਿ ਮੈਨੂੰ ਤਾਂ ਯਾਦ ਹੈ ਕਿ ਜਦੋਂ ਗੁਰਚਰਨ ਸਿੰਘ ਟੌਹੜਾ ਨੂੰ ਪਿਛਾਂਹ ਕੀਤਾ ਜਾਂਦਾ, ਉਦੋਂ ਵੇਲੇ ਬੀਬੀ ਜਗੀਰ ਕੌਰ ਪ੍ਰਧਾਨ ਬਣਦੇ ਨੇ ਜੀ। ਪਰ ਇਸ ਵਾਰ ਫਿਰ ਕਹਿ ਲਓ ਸਮੇਂ ਦਾ ਚੱਕਰ ਆ ਕਿ ਬੀਬੀ ਜਗੀਰ ਕੌਰ ਫਿਰ ਇੱਕ ਵਾਰੀ ਪ੍ਰਧਾਨ। ਲੇਕਿਨ ਜਿਹੜੀ ਘਟਨਾਵਾਂ ਨੂੰ ਅਸੀਂ ਦੂਜੇ ਨਜ਼ਰੀਏ ਤੋਂ ਦੇਖਦੇ ਹਾਂ ਕਿ ਇਹਨਾਂ ਦਾ ਮੋਤੀ ਮਹਿਲ 'ਚ ਬੈਠਣਾ ਬੀਬੀ ਪ੍ਰਨੀਤ ਕੌਰ ਨਾਲ ਕੋਈ ਨਿੱਜੀ ਕੰਮ ਵੀ ਹੋ ਸਕਦਾ। ਨਿੱਜੀ ਕੰਮ ਦੇਖੋ, ਨਿੱਜੀ ਕੰਮ ਤੇ ਆ ਕਿ ਤੁਹਾਨੂੰ ਸ਼ਾਇਦ ਯਾਦ ਨਹੀਂ, 1 ਕਰੋੜ 83 ਲੱਖ ਦੀ ਠੱਗੀ ਇਹਨਾਂ ਨੂੰ ਵੱਜੀ ਆ। ਅੱਛਾ ਆਨਲਾਈਨ। ਓਕੇ। ਇਹਨੇ ਕਿਹਾ ਕਿ ਤੁਹਾਡੇ ਮਾਤਾ ਜੀ ਜਿਹੜੇ ਸਨ ਉਹਨਾਂ ਦੀ ਪੈਨਸ਼ਨ ਦੀ ਕੋਈ ਇਹੋ ਜਿਹਾ ਕੋਈ ਚੱਕਰ ਸੀਗਾ,
ਖਬਰਾਂ ਛਪਦੀਆਂ ਰਹੀਆਂ ਮਤਲਬ ਨੇ। ਹੋ ਸਕਦਾ ਵੀ ਕਿਸੇ ਨਿੱਜੀ ਕੰਮ ਗਏ ਹੋਣ ਹਾਂ, ਤੇ ਸਿਆਸੀ ਅਰਥ ਕੱਢੇ ਜਾਣੇ ਤਾਂ ਬਣਦੇ। ਜੇ ਐਸੀ ਠੱਗੀ ਜੇ ਨਿੱਜੀ ਕੰਮ ਗਏ, ਨਹੀਂ ਚਲੋ ਉਹ ਤਾਂ ਹੈ ਕਿ ਮਹਾਰਾਣੀ ਨਾਲ ਵੀ ਵੱਜੀ ਮਾਰਾ ਸੀ, ਰਾਣੀ ਨਾਲ ਪੈਸੇ ਮੁੜ ਗਏ ਸੀ, ਬਿਲਕੁਲ ਲੇਕਿਨ ਸਰਦਾਰ ਸਾਹਿਬ ਜੇ ਨਿੱਜੀ ਕੰਮ ਗਏ ਸੀ ਫੋਟੋ ਲਵਾਉਣ ਦੀ ਲੋੜ ਨਹੀਂ ਸੀ। ਬਿਲਕੁਲ ਲੋਕ ਕਹਿੰਦੇ ਆ ਸਹੀ, ਕਿ ਜਦੋਂ ਨਿੱਜੀ ਗਏ ਹੋਈਏ ਹਾਂ। ਫੋਟੋ ਕੋਈ ਕਹਿ ਕੇ ਨਹੀਂ ਖਿੱਚ ਲੈਂਦਾ। ਔਰ ਬਕਾਇਦਾ ਜਦੋਂ ਇਹਨਾਂ ਦੇ ਪਿੰਡ ਦੇ ਵਿੱਚ ਜਿਹੜਾ ਟੌਰਾ ਪਿੰਡ ਦੇ ਵਿੱਚ ਜਿਹੜਾ ਸਮਾਗਮ ਹੋਇਆ ਸੀ, ਉੱਥੇ ਧਰਮਸੋਤ ਆਪ ਗਏ ਸਨ, ਕੋਈ ਅਕਾਲੀ ਲੀਡਰ ਨਹੀਂ ਸੀ ਗਿਆ ਉੱਥੇ। ਬਣਦਾ ਸੀ ਕਿਉਂਕਿ ਇੱਕ ਸਾਬਕਾ ਪ੍ਰਧਾਨ ਸੀ, ਇੱਕ ਲੰਬਾ ਸਮਾਂ ਪ੍ਰਧਾਨ 27 ਸਾਲ ਪ੍ਰਧਾਨਗੀ ਕਰਨ ਵਾਲਾ ਸ਼ਖਸ ਜਿਹੜਾ ਸੀ, ਉਹਦੀ ਬਰਸੀ ਸੀ, ਲੇਕਿਨ ਖਾਮੋਸ਼ੀ ਹੈ। ਹੁਣ ਜਦੋਂ ਆਪਣੇ ਘਰ ਦੇ ਚੁੱਪ ਕਰ ਜਾਣਗੇ, ਜਿਹੜੀ ਗੱਲ ਜਥੇਦਾਰ ਸਾਹਿਬ ਨੇ ਕਹੀ, ਜਦੋਂ ਉਹਨਾਂ ਨੂੰ ਕਹੀ ਕਿ ਜਦੋਂ ਤੁਸੀਂ ਚੁੱਪ ਕਰ ਜਾਓਗੇ ਜੀ ਤੇ ਫਿਰ ਲੋਕ ਤੇ ਬੋਲਣਗੇ। ਇਲੈਕਸ਼ਨ ਦਾ ਸਾਲ ਹੈ, ਮੌਸਮ ਇਵੇਂ ਹੀ ਧੁੰਦਲ ਕੇ ਰਹਿਣਗੇ, ਧੂੜ ਸਾਫ਼ ਹੋ ਕੇ ਫਿਰ ਧੂੜ ਜੰਮ ਜਾਂਦੀ ਹੁੰਦੀ ਹੈ ਮੌਸਮ ਜਦੋਂ ਇਦਾਂ ਦੇ ਹੋਣ। ਤੇ ਇਹਨੂੰ ਸਾਫ਼ ਕਰਦਿਆਂ ਆਖਰੀ ਮਹੀਨਾ ਆਉਂਦਾ ਹੁੰਦਾ ਇਲੈਕਸ਼ਨ ਦਾ, ਜਦੋਂ ਜੇ ਕਾਗਜ਼ ਵਾਪਸ ਲੈਣ ਦੀ ਡੇਟ ਲੰਘ ਜਾਂਦੀ ਹੈ ਨਾ, ਉਦੋਂ ਸਮਾਨ ਸਾਫ਼ ਹੁੰਦੇ। ਬਿਲਕੁਲ, ਜਿਹੜਾ ਅਸਲੀ ਲਫ਼ਜ਼ ਕਿਹਾ ਜਾਂਦਾ ਨਾ ਕਿ ਸ਼ੀਸ਼ੇ ਨੂੰ ਸਾਫ਼ ਨਾ ਕਰੋ, ਆਪਣੇ ਚਿਹਰੇ ਨੂੰ ਕਰੋ, ਉਹ ਸਟੇਜ ਜਿਹੜੀ ਬੜੀ ਦੂਰ ਤੱਕ ਚਲੇ ਜਾਂਦੀ। ਮਤਲਬ ਸਿਆਸਤ ਦੇ ਵਿੱਚ ਚਿਹਰਾ ਸਾਫ਼ ਕਰਨ ਦੀ ਕੀ ਲੋੜ ਹੈ ਜੀ, ਸ਼ੀਸ਼ਾ ਸਾਫ਼ ਕਰਦੇ ਰਹੋ, ਪਰ ਬਣੇ ਰਹਿਣੇ ਚਾਹੀਦੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ।